ਹੈਲੋ ਦੋਸਤੋ, ਮੈਂ ਤੁਹਾਡੇ ਨਾਲ ਅੱਜ ਫੇਰ ਹਨੀਵਾਲੀਆ ਸ਼ੋਅ ਤੇ ਜੁੜਿਆ। ਸੈਟਰਡੇ ਫਾਰਮਰਸ ਬਾਰੇ ਗੱਲ ਕਰਾਂਗੇ। ਨੈਮ ਕਲਾਰ ਤੁਹਾਡਾ ਹੋਸਟ। ਸਾਨੂੰ ਬਹੁਤ ਰਿਵਿਊਜ਼ ਆਏ, ਕਮੈਂਟਸ ਆਏ ਸਾਡੇ ਫੇਸਬੁੱਕ ਦੇ ਵਿੱਚ, ਤੇ ਉੱਦਾਂ ਵੀ ਪਰਸਨਲ ਫੋਨ ਕਾਲਸ ਆਈਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਵਿਊਅਰਸ ਦਾ ਜੋ ਇਹ ਪ੍ਰੋਗਰਾਮ ਦੇਖ ਰਹੇ ਨੇ, ਤੇ ਅਸੀਂ ਵੁਡ ਲੁਕਿੰਗ ਫੋਰਵਰਡ ਟੂ ਕੰਟੀਨਿਊਇੰਗ ਦਿਸ। ਤੇ ਅੱਜ ਤੁਹਾਨੂੰ ਇਨਫੋਰਮੇਸ਼ਨ ਹੋਰ ਦੇਣ ਲਈ ਸਾਡੇ ਨਾਲ ਜੁੜੇ ਨੇ ਗੁਰਪਿਆਰ ਸਿੰਘ। ਮੇਰਾ ਨਾਮ ਜੀ ਗੁਰਪਿਆਰ ਸਿੰਘ ਸੰਧੂ ਆ। ਮੈਂ ਲਾਇਰ ਹਾਂ, ਵਕੀਲ ਹਾਂ ਇੱਥੇ ਮਿੰਟਨ 'ਚ। ਆਮ ਪ੍ਰੈਕਟਿਸਿੰਗ ਫॉर ਲਾਸਟ 5 ਸਾਲਾਂ ਤੋਂ ਪ੍ਰੈਕਟਿਸ ਕਰ ਰਿਹਾ ਇੱਥੇ। ਮੇਰੇ ਕੋਲ BSc ਐਗਰੀਕਲਚਰ ਦੀ ਡਿਗਰੀ ਵੀ ਹੈਗੀ ਆ ਤੇ ਮਾਸਟਰਸ ਵੀ ਹੈਗੀ ਇਨ ਪਲਾਂਟ ਸਾਇੰਸਿਸ। ਸੋ ਮੈਂ ਅੰਡਰਸਟੈਂਡ ਕਰਦਾ ਜਿਹੜੀਆਂ ਆਪਾਂ ਇਸ਼ੂਜ਼ ਉੱਤੇ ਗੱਲ ਕਰ ਰਹੇ ਹਾਂ ਫਾਰਮਰਸ ਦੇ। ਤੇ ਇਸੇ ਕਰਕੇ ਭਾਜੀ ਤੁਹਾਨੂੰ ਇੱਥੇ ਲਿਆਂਦਾ ਗਿਆ, ਕਿਉਂਕਿ ਸਾਨੂੰ ਅਸੀਂ ਇਹ ਨਹੀਂਗਾ ਵੀ ਐਵੇਂ ਬਸ ਇਕੱਠੇ ਹੋ ਗਏ ਤੇ ਆਪਦਾ ਓਪੀਨੀਅਨ ਦੇਤੇ ਆ ਤੇ ਬੋਲੀ ਜਾਂਦੇ ਆ ਜੀ, ਇੱਥੇ ਗੱਲਾਂ ਕਰੀ ਜਾਂਦੇ ਆ। ਸੋ ਵੀਰ ਟ੍ਰਾਈਂਗ ਟੂ ਪੁੱਟ ਦ ਰਾਈਟ ਪੀਪਲ, ਰਾਈਟ ਐਕਸਪਰਟਸ, ਜਿਨ੍ਹਾਂ ਦਾ ਐਕਸਪੀਰੀਅੰਸ ਹੈ, ਚਾਹੇ ਉਹ ਬੈਕਗਰਾਊਂਡ ਇੰਡੀਆ ਤੋਂ ਫਾਰਮਿੰਗ ਕਰਦੇ ਆਏ ਨੇ, ਫੈਮਿਲੀ ਹਜੇ ਵੀ ਇਨਵੋਲਵਡ ਆ, ਇਹਨਾਂ ਦੇ ਫਾਦਰ ਸਾਹਿਬ ਉੱਥੇ ਨੇ, ਫਾਰਮਿੰਗ ਕਰਦੇ ਨੇ। ਸੋ ਉਹਨਾਂ ਦਾ ਓਪੀਨੀਅਨ ਤੇ ਉਹ ਆਪਾਂ ਗੱਲਾਂ ਕਰਨਾ ਚਾਹੁੰਦੇ ਆ। ਤੇ ਨਾਲ ਹੀ ਸਾਡੇ ਲਾਸਟ ਟਾਈਮ ਤੋਂ ਹਰਮਨ ਸਿੰਘ ਕੰਦੋਲਾ ਵੀ ਸਾਡੇ ਨਾਲ ਜੁੜੇ ਹੋਏ ਨੇ ਇੱਥੇ ਸ਼ੋਅ ਦੇ ਵਿੱਚ। ਥੈਂਕ ਯੂ ਤੁਹਾਡਾ ਇੱਥੇ ਆਉਣ ਲਈ, ਟਾਈਮ ਕੱਢਣ ਲਈ, ਤੇ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ, ਆਪਣੇ ਪੱਖ ਤੋਂ ਵੀ ਕਿੱਥੋਂ ਇਹ ਨਿਊਜ਼ ਲੈਣੀ ਹੈ, ਕਿਹੜੀਆਂ ਗੱਲਾਂ ਸ਼ੇਅਰ ਕਰਨੀਆਂ ਨੇ। ਨਾ ਕਿ ਆਪਾਂ ਜਿਵੇਂ ਪਿਛਲੀ ਵਾਰੀ ਗੱਲ ਕੀਤੀ ਸੀ, ਸੋਸ਼ਲ ਮੀਡੀਆ ਤੋਂ ਆਹ ਚੀਜ਼ ਚੱਕ ਲਈ, ਟਿਕਟੌਕ ਤੋਂ ਆਹ ਚੀਜ਼ ਦੇਖ ਲਈ, ਵੀ ਆਪਾਂ ਉਹਨਾਂ ਬਾਰੇ ਗੱਲਾਂ ਜਾਗਰੂਕ ਹੋਈਏ, ਤੇ ਤਾਂ ਕਿ ਆਪਾਂ ਪ੍ਰੋਟੈਸਟ ਨੂੰ, ਲੋਕਾਂ ਨੂੰ ਸਹੀ ਇਨਫੋਰਮੇਸ਼ਨ ਦੇ ਸਕੀਏ, ਤੇ ਉੱਥੋਂ ਜੋ ਆਪਣੇ ਕੋਲ ਇਨਫੋਰਮੇਸ਼ਨ ਆ ਉਹ ਆਪਾਂ ਇਨਫੋਰਮੇਸ਼ਨ ਸਹੀ ਲੋਕਾਂ ਤੱਕ ਇੱਥੇ ਪਹੁੰਚਾ ਸਕੀਏ। ਅਗੇਨ ਤੁਸੀਂ ਹਨੀਵਾਲੀਆ ਸ਼ੋਅਸ ਤੇ ਸਾਡੇ ਨਾਲ ਕਨੈਕਟਡ ਰਹੋ। ਐਵਰੀ ਸੈਟਰਡੇ ਅਸੀਂ ਇਹ ਸੀਰੀਜ਼ ਕਰਿਆ ਕਰਾਂਗੇ। ਤੇ ਭਾਜੀ ਤੁਹਾਡਾ ਇਸ ਸੈਂਸਰਸ਼ਿਪ ਬਾਰੇ ਹੁਣ ਆਪਾਂ ਸ਼ੁਰੂ ਕਰਦੇ ਹਾਂ। ਇੱਥੋਂ ਹੀ ਸ਼ੁਰੂ ਕਰ ਲੈਂਦੇ ਵੀ ਇਹ ਨਿਊਜ਼ ਜਿਹੜੀ ਆ ਰਹੀ ਹੈ, ਆਪਾਂ ਇਹ ਕਿੱਦਾਂ ਸੈਂਸਰਸ਼ਿਪ ਤੋਂ ਕਿਵੇਂ ਬਚਿਆ ਜਾਵੇ, ਕਿਹੜੇ ਚੈਨਲਸ ਤੋਂ, ਜਾਂ ਕਿਹੜੀ ਤੁਹਾਡਾ ਸੋਰਸ ਆਫ ਇਨਫੋਰਮੇਸ਼ਨ ਕੀ ਹੈ? ਦੇਖੋ, ਮੈਂ ਇੱਕ ਆਰਟੀਕਲ ਰੀਡ ਕੀਤਾ ਸੀ, ਇਹ ਹੈਗਾ ਸੀ ਦਸੰਬਰ 11 2020 'ਚ। ਇਟ ਵਾਸ ਬਾਏ ਹੈਗਾ ਸੀ ਡਾਕਟਰ ਨਵਯੂ ਗਿੱਲ, ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਹਿਸਟਰੀ, ਵਿਲੀਅਮ ਪੈਟਰਸਨ ਯੂਨੀਵਰਸਿਟੀ, ਨਿਊ ਜਰਸੀ 'ਚ। ਅੱਛਾ ਜੀ। ਤੇ ਇਹਦਾ ਹੈਡਿੰਗ ਸੀ ਅ ਪਪੂਲਰ ਅਪਸਰਜ ਅਗੇਂਸਟ ਨਿਊ ਲਿਬਰਲ ਅਰਿਥਮੈਟਿਕ ਇਨ ਇੰਡੀਆ। ਸੋ ਇਹ ਆਰਟੀਕਲ ਜਦੋਂ ਪ੍ਰੋਟੈਸਟ ਸ਼ੁਰੂ ਹੋਇਆ, ਉਹ ਤੋਂ ਥੋੜੀ ਦੇਰ ਬਾਅਦ ਹੀ ਆ ਗਿਆ। ਠੀਕ ਹੈ ਜੀ। ਤੇ ਜਿਹੜੇ ਆ ਇਹਨਾਂ ਨੇ ਗੱਲਾਂ ਕੀਤੀਆਂ ਉਸ ਆਰਟੀਕਲ 'ਚ, ਇਹ ਕਾਫੀ ਵਧੀਆ ਗੱਲਾਂ ਨੇ। ਤੇ ਆਈ ਥਿੰਕ ਜਿਹੜੇ ਆਰਟੀਕਲਸ ਪੜ੍ਹਦੇ ਨੇ ਇਹ ਜ਼ਰੂਰ ਪੜ੍ਹਨ, ਇਹਨਾਂ ਨੂੰ ਜ਼ਰੂਰ ਅੰਡਰਸਟੈਂਡਿੰਗ ਹੋਊਗੀ ਵੀ ਇਹ ਸਾਰਾ ਜਿਹੜਾ ਪ੍ਰੋਟੈਸਟ ਆ ਕਿਵੇਂ ਚੱਲ ਰਿਹਾ ਤੇ ਕਿੱਥੇ ਤੱਕ ਇਹ ਜਾ ਸਕਦਾ। ਉਹ ਗਰਾਊਂਡ ਉੱਥੋਂ ਲਾਈਵ ਕਵਰੇਜ ਹੋ ਰਹੀ ਹੈ ਜਿਹੜੀ ਜੋ ਗਰਾਊਂਡ ਤੇ ਨੇ। ਸੋ ਉਹ ਮੈਂ ਖਿਆਲ ਲਾਈਵ ਸੋਰਸਸ ਜਿਹੜੇ ਤੁਹਾਨੂੰ ਅਵੇਲੇਬਲ ਨੇ ਉੱਥੋਂ ਇਨਫੋਰਮੇਸ਼ਨ ਲਓ, ਰਾਦਰ ਦੈਨ ਵੀ ਜਿਹੜਾ ਉਹ ਮੀਡੀਆ, ਕੋਈ ਨੈਸ਼ਨਲ ਮੀਡੀਆ ਆਪਣੇ ਹਿਸਾਬ ਨਾਲ ਨਿਊਜ਼ ਦੇ ਰਿਹਾ, ਉੱਥੋਂ ਤੁਹਾਨੂੰ ਲਾਈਵ ਔਨ ਗਰਾਊਂਡ ਜਾਂ ਕੋਈ ਆਪਾਂ ਇੰਸਟਾਗ੍ਰਾਮ ਤੇ ਜਾਂ ਕੋਈ ਆਪਾਂ ਫੇਸਬੁੱਕ ਤੇ ਕੋਈ ਸੈਲੀਬ੍ਰਿਟੀ ਨੂੰ ਉਹਨਾਂ ਨੂੰ ਫਾਲੋ ਘੱਟ ਕਰੀਏ, ਕੋਸ਼ਿਸ਼ ਕਰੀਏ ਵੀ ਆਪਾਂ ਨੂੰ ਸਹੀ ਇਨਫੋਰਮੇਸ਼ਨ ਮਿਲੇ। ਤੇ ਹਰਮਨ ਤੁਹਾਡੇ ਇਸ ਆਰਟੀਕਲ ਬਾਰੇ ਕੀ ਖਿਆਲ ਨੇ? ਤੁਸੀਂ ਪੜ੍ਹਿਆ ਜਾਂ ਤੁਸੀਂ ਉਹਨੂੰ ਪੜ੍ਹੋ ਜੀ ਇਹਦੇ ਤੋਂ ਬਾਅਦ ਜਾ ਕੇ? ਮੇਰੇ ਹਿਸਾਬ ਨਾਲ ਇਸ਼ੂ ਜਦੋਂ ਤੁਸੀਂ ਸੈਂਸਰਸ਼ਿਪ ਦੀ ਗੱਲ ਕਰਦੇ ਆ, ਜਦੋਂ ਤੁਸੀਂ ਦੇਖ ਰਹੇ ਆ ਕਿ ਇਨਫੋਰਮੇਸ਼ਨ ਤੁਸੀਂ ਕਿੱਥੋਂ ਲੈਣੀ ਹੈ, ਰਾਈਟ? ਸੋ ਆਬਵੀਅਸਲੀ ਜਿਹੜੇ ਹੁਣ ਪੜ੍ਹੇ ਲਿਖੇ, ਹੁਣ ਡਾਕਟਰ ਸਾਹਿਬ ਵਰਗੇ, ਰਾਈਟ, ਜਿਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਊ ਲਿਬਰਲਿਜ਼ਮ ਦੀ ਜਿਹੜੀ ਗੱਲ ਆਉਂਦੀ ਆ, ਰਾਈਟ, ਕਿ ਨਿਊ ਲਿਬਰਲਿਜ਼ਮ the main goal of how to create capitalism or corporatization within farming is a challenge. ਜਿਹੜੇ ਹੁਣ ਜਿਹੜੇ bills ਆ ਉਹਦੇ ਬਾਰੇ, that is a very important article. But ਕਈ ਵਾਰੀ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਜਾਂਦੇ ਆ, ਰਾਈਟ, ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਸੈਂਸਰਸ਼ਿਪ ਤੇ ਸੈਂਸਰ ਕਿੱਦਾਂ ਕਰੀਏ ਇਸ ਵੌਇਸਿਸ ਨੂੰ। ਸੋ ਜਿਹੜੇ ਹੁਣ ਨਾਰਥ ਅਮਰੀਕਾ 'ਚ ਬੈਠੇ ਆ, ਜਿਹੜੇ ਉਹ ਆਪਣੇ ਆਰਟੀਕਲ ਛਾਪਦੇ ਆ, ਚਲੋ ਉਹਨਾਂ ਦੇ ਤਾਂ ਚਲੋ ਤੁਸੀਂ ਪੜ੍ਹ ਸਕਦੇ ਹੋ। ਪਰ ਜਿਹੜੇ ਹੁਣ ਉੱਥੇ ਇੰਡੀਆ ਦੇ ਵਿੱਚ ਬੈਠੇ ਨੇ, ਰਾਈਟ, ਹੁਣ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਆ ਕਿ NIA ਤੇ ਕਿੰਨੇ ਨੋਟਿਸ ਹੁਣ ਭੇਜੇ ਗਏ ਆ। ਜਿਹੜੇ ਉੱਥੇ ਰਿਪੋਰਟਰ ਵੀ ਲਾਈਵ ਕਰ ਰਹੇ ਸੀ, ਉਹਨਾਂ ਨੂੰ ਵੀ ਭੇਜਿਆ ਗਿਆ ਸੀ। ਜਿਹੜਾ ਸ਼੍ਰੀ ਬਰਾੜ, ਅਸੀਂ ਪਿਛਲੇ ਦਿਨਾਂ ਦੇਖਿਆ ਕਿ he now is finally on he's out of jail, ਕਿਉਂਕਿ ਪ੍ਰੈਸ਼ਰ ਹੋ ਗਿਆ ਥੋੜਾ ਜਿਹਾ ਪਬਲਿਕਲੀ, ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ। ਤੇ ਗੱਲ ਇਹੀ ਆ ਕਿ ਜਦੋਂ ਸ਼੍ਰੀ ਬਰਾੜ, ਚਲੋ ਜਿਹੜਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਤੇ ਚਾਰਜ, ਇਟ ਵਾਸ ਰਿਲੇਟਡ ਟੂ ਜਿਹੜਾ ਪੁਰਾਣਾ ਗਾਣਾ ਸੀਗਾ ਉਹਨਾਂ ਦਾ। ਬਟ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਜਿਹੜੇ ਹੁਣ ਗਨ ਕਲਚਰ ਆ, ਜੋ ਵੀ ਆ, ਅਸੀਂ ਵੀ ਕਹਿ ਰਹੇ ਆ ਕਿ that's wrong, but ਜਿਹੜੇ ਜੇ ਤੁਸੀਂ ਉਸ ਗੱਲ ਤੇ ਤੁਸੀਂ ਉਹਨੂੰ ਚਾਰਜ ਕਰਨਾ ਸੀ ਜਾਂ ਹਮ ਚਾਰਜ ਸ਼ੀਟ ਫਾਈਲ ਕੀਤੀ, ਪਹਿਲਾਂ ਕਿੱਥੇ ਸੀ? ਤੇ ਬਾਕੀ ਜਿਹੜੇ ਗਾਇਕ ਆ ਜਿਹੜੇ ਨੇ they made all these songs, ਕਿ ਉਹਨਾਂ ਨੂੰ ਤੁਸੀਂ ਚਾਰਜ ਕਰੋ। ਪਰ obviously ਇਹਨੂੰ ਟਾਰਗੇਟ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਅਸੀਂ ਜਿਹੜੇ ਹੁਣ ਦੇਖਦੇ ਆ, ਚਲੋ ਪਹਿਲਾਂ ਉਹਨਾਂ ਨੇ ਖਾਲਸਾ ਏਡ ਦੇ ਅਗੇਂਸਟ ਲਿਖਿਆ ਸੀ, NIA ਨੇ ਫਿਰ ਨੋਟਿਸ ਭੇਜਿਆ। ਜਦੋਂ ਹੁਣ ਕੈਨੇਡੀਅਨ MPs ਨੇ ਨੋਮੀਨੇਸ਼ਨ ਕੀਤੀ ਨੋਬੈਲ ਪ੍ਰਾਈਜ਼ ਲਈ, ਉਸ ਤੋਂ ਬਾਅਦ NIA ਨੇ ਹੁਣ ਉਸ ਚੀਜ਼ ਨੂੰ ਹੁਣ ਰੱਦ ਕਰ ਲਿਆ ਕਿ no, we don't need you to show up, ਕਰਕੇ ਹੁਣ ਉਹਨਾਂ ਨੂੰ ਪਤਾ ਕਿ ਸਾਡੀ ਬਹੁਤ ਬੇਇੱਜ਼ਤੀ ਹੋ ਜਾਣੀ ਹੈ, right? So that's the reality that you live in, is that you live in a country
ਉਹ ਸਰਕਾਰ ਜਿਹੜੀ ਹੈ they're trying to censor the people on the ground ਤੇ ਸੋ ਉਹ ਇੱਕ ਡਰ ਰਿਹਾ ਕਰਕੇ ਜੇ ਹੁਣ ਸੈਂਸਰਸ਼ਿਪ ਹੋਵੇ ਤੇ ਹੁਣ ਲਾਪੰਦੀ ਆ then how can people speak out ਡਰ ਹੋ ਜਾਂਦਾ ਉਹ ਮੂਵਮੈਂਟ ਨੂੰ ਕੋਸ਼ਿਸ਼ ਇਹੀ ਆ ਕਿ ਕਮਜ਼ੋਰ ਕਰੀਏ ਤੇ ਉੱਥੇ ਹੁਣ ਜਦੋਂ ਹੁਣ ਪਤਾ ਲੱਗਿਆ ਸੀ ਜਦੋਂ ਸ਼ੁਰੂ ਹੋਇਆ ਪ੍ਰੋਟੈਸਟ ਉੱਥੇ ਜੈਮਰਸ ਲਗਾਏ ਗਏ ਸੀ ਉੱਥੇ ਇੰਟਰਨੈਟ ਨਹੀਂ ਸੀ ਚੱਲ ਰਿਹਾ WhatsApp ਨੂੰ ਮੰਨ ਲਓ ਕਨੈਕਟੀਵਿਟੀ 'ਚ ਪ੍ਰੋਬਲਮ ਆ ਰਹੀ ਸੀਗੀ ਤੇ ਉੱਦਾਂ ਇੰਟਰਨੈਟ ਉੱਤੇ ਜੇ ਕਿਤੇ ਉਹ ਏਰੀਆ ਤੋਂ ਬਾਹਰ ਜਾਂਦੇ ਸੀ ਤਾਂ ਉਹ ਚੀਜ਼ਾਂ ਅਵੇਲੇਬਲ ਗੱਲ ਤੁਹਾਨੂੰ ਦੱਸ ਕਿ ਉੱਥੇ ਸਾਡੇ ਲੋਕਲ ਇੱਕ ਜਰਨਲਿਸਟ ਹੈ ਹੀ ਇਜ਼ ਔਨ ਟਵਿੱਟਰ ਸੰਦੀਪ ਸਿੰਘ ਰਾਈਟ ਸੋ ਯੂ ਕੈਨ ਫੋਲੋ ਹਿਮ ਔਨ ਟਵਿੱਟਰ @punjab ਸੰਦੀਪ ਸਿੰਘ ਇਜ਼ ਬੇਸਿਕਲੀ ਅ ਫ੍ਰੀਲਾਂਸ ਜਰਨਲਿਸਟ ਉੱਥੋਂ ਟਵੀਟ ਕਰ ਰਿਹਾ ਸੀ ਵੀਡੀਓਜ਼ ਕਰ ਰਿਹਾ ਸੀ ਗਰਾਊਂਡ ਲੈਵਲ ਦੀ ਇਨਫੋਰਮੇਸ਼ਨ ਦੇ ਰਿਹਾ ਤੁਹਾਨੂੰ ਤੇ ਅਸੀਂ ਉਹਨਾਂ ਨਾਲ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕਨੈਕਟ ਕਰੀਏ ਤੇ ਹਰ ਵੇਲੇ ਉਹੀ ਗੱਲ ਆਉਂਦੀ ਸੀ ਹੀ ਮੈਸੇਜ ਅਸ ਕਿ ਇੰਟਰਨੈਟ ਇੱਥੇ ਨਹੀਂ ਚੱਲਦਾ ਜੈਮਰ ਲੱਗੇ ਆ ਐਂਡ ਆਲ ਆਫ ਦੋਸ ਇਸ਼ੂਜ਼ ਐਂਡ ਇਟ ਟੁਕ ਅਸ ਮੈਨੀ ਡੇਜ਼ ਜਦੋਂ ਉਹ ਕਿਤੇ ਹੋਰ ਹੀ ਵੈਂਟ ਇਨਟੂ ਦਿੱਲੀ ਉੱਥੋਂ ਫਿਰ ਉਹ ਕਨੈਕਸ਼ਨ ਬਣਿਆ ਉੱਥੋਂ ਫਿਰ ਉਹ ਇਨਫੋਰਮੇਸ਼ਨ ਭੇਜਦਾ ਸੀ ਰਿਪੋਰਟ ਕਰਦਾ ਸੀ ਹਾਂ ਵੈਲ ਦੇਖੋ ਮੈਨੂੰ ਜੋ ਇਨਫੋਰਮੇਸ਼ਨ ਆਈ ਨਾ ਜੈਮਰਸ ਦੀ ਆਈ ਵਾਸ ਲਿਸਨਿੰਗ ਟੂ ਇਟ ਨਾ ਡਾਕਟਰ ਸੁਲੇਮਾਨ ਸਿੰਘ ਅੱਛਾ ਜੀ USA ਤੋਂ ਓਕੇ ਉਹ ਹੀ ਇਜ਼ ਅ ਕਾਰਡੀਓਲੋਜਿਸਟ ਓਕੇ ਉਹ ਉੱਥੇ ਜਿਸ ਦਿਨ ਦੀ ਇਹ ਪ੍ਰੋਟੈਸਟ ਸ਼ੁਰੂ ਹੋਇਆ ਉਸ ਦਿਨ ਦੀ ਉਹ ਉੱਥੇ ਹੀ ਬੈਠਾ ਹੋਇਆ ਅੱਛਾ ਉਹ ਦਿੱਲੀ ਬੈਠੇ ਹੋਏ ਨੇ ਦਿੱਲੀ ਬੈਠਾ ਵਾਹ ਵਾਹ ਕਾਰਡੀਓਲੋਜਿਸਟ USA ਤੋਂ ਕਾਰਡੀਓਲੋਜਿਸਟ ਐਂਡ ਇੰਟਰਵੈਂਸ਼ਨ ਕਾਰਡੀਓਲੋਜਿਸਟ ਮਤਲਬ ਸਪੈਸ਼ਲਿਸਟ ਹੈ ਤੇ ਉਹਦੀ ਮੈਂ ਸਪੀਚ ਵੀ ਸੁਣੀ ਆ ਪਿੱਛੇ ਜੇ ਸੀ ਮੇਰੇ ਖਿਆਲ ਕਿ ਉਹ ਕਹਿ ਰਿਹਾ ਗੱਲ ਜਦੋਂ ਸ਼ੁਰੂ ਹੁੰਦੀ ਹੈ ਵੀ ਪੈਸਾ ਕਿੱਥੋਂ ਆ ਰਿਹਾ ਐਂਡ ਹੀ ਸੈਡ ਵੀ ਮੈਂ $500,000 ਪੇ ਕਮਾਉਣਾ US ਦੇ ਵਿੱਚ ਸੋ ਮੈਨੂੰ ਪੁੱਛੋ ਨਾ ਪੈਸਾ ਕਿੱਥੋਂ ਆ ਰਿਹਾ ਸੋ ਇਹ ਵੀ ਸਿਰ ਸੇਵਾ ਵਾਸਤੇ ਬੈਠਾ ਇਹ ਵੀ ਮੇਰੇ ਲੋਕੀ ਇੱਥੇ ਬੈਠੇ ਹਾਂ ਇਹ ਵੀ ਇੱਕ ਬੜੀ ਗੱਲ ਹੋ ਗਈ ਸੀ ਕਿ ਵੀ ਪੈਸਾ ਕਿੱਥੋਂ ਆ ਰਿਹਾ ਹਨਾ ਵੀ ਇਹ ਨਿਊਜ਼ ਕਿੱਥੋਂ ਆ ਰਹੀ ਹੈ ਜਾਂ ਸੈਂਸਰਸ਼ਿਪ ਕਰ ਦਿਓ ਉਹ ਵੀ ਬੜੀ ਹੁਣ ਤੁਹਾਡੇ ਸਾਹਮਣੇ ਇਸੇ ਕਰਕੇ ਆਪਾਂ ਇੱਥੇ ਇਕੱਠੇ ਹੋਏ ਆ ਵੀ ਆਪਾਂ ਇਹ ਗੱਲਾਂ ਦਸੀਏ ਆਪਾਂ ਇਹ ਗੱਲਾਂ ਸਰਚ ਕੀਤੀਆਂ ਹੋਈਆਂ ਨੇ ਜਾਂ ਆਪਾਂ ਨੂੰ ਪਤਾ ਲੱਗੀਆਂ ਜਿਹੜੀਆਂ ਕਾਈਂਡ ਆਫ ਦਾ ਰੈਕਡ ਨੇ ਕਿਉਂਕਿ ਉਹ ਨਹੀਂ ਕਈ ਵਾਰੀ ਆਪਣੇ ਕੋਲ ਟਾਈਮ ਹੁੰਦਾ ਜਾਂ ਨਹੀਂ ਪੜ੍ਹਦੇ ਕਿਉਂਕਿ ਆਪਾਂ ਬਿਜ਼ੀ ਆ ਸੋਸ਼ਲ ਮੀਡੀਆ ਸਕ੍ਰੈਂਬਲ ਕਰਨ ਦੇ ਵਿੱਚ ਸੋ ਇਹ ਗ੍ਰੇਟ ਵਰਕ ਬਾਈ ਦੈਟ ਡਾਕਟਰ ਟੂ ਗੋ देयर ਐਂਡ ਡੂ ਦੈਟ ਹੈ ਨਾ ਤੇ ਉਹ ਡਾਕਟਰ ਨੇ ਜਦੋਂ ਆਪਣੀ ਹਿਸਟਰੀ ਦੱਸੀ ਉਹ ਜਦੋਂ 11 ਸਾਲਾਂ ਦਾ ਸੀ ਅਰਾਊਂਡ 11 ਇਅਰਸ ਏ ਉਦੋਂ USA ਆਇਆ ਸੀ ਬਟ ਰੂਟਸ ਇੰਨੀਆਂ ਸਟਰੋਂਗ ਨੇ ਹਾਂਜੀ ਹੁਣ ਦੁਬਾਰਾ ਉੱਥੇ ਗਿਆ ਤੇ ਬੇਸਿਕਲੀ ਉਹ ਗਿਆ ਹੋਇਆ ਸੀ ਇੰਡੀਆ ਉਹ ਹੋਰ ਵੀ ਸੋਸ਼ਲ ਵਰਕ ਕਰਦਾ ਉਹ ਕਹਿੰਦਾ ਨਹੀਂ this is the time to do that I'm not leaving ਨਿਊ ਦਿੱਲੀ ਜੋ ਤੱਕ ਪ੍ਰੋਟੈਸਟ ਚੱਲ ਰਿਹਾ ਤੇ ਮੈਨੂੰ ਲੱਗਦਾ ਹੁਣ ਜੀ ਸ਼੍ਰੀ ਬਰਾੜਾ ਜਾਂ ਹੋਰ ਸਿੰਗਰ ਨੇ ਉਹ ਵੀ ਕਿਤੇ ਨਾ ਕਿਤੇ ਇਸੇ ਚੱਕਰ ਕਰਕੇ ਜਾਂ ਇਸੇ ਗੱਲ ਕਰਕੇ ਉੱਥੇ ਜੁੜ ਗਏ ਨੇ ਜਾਂ ਗਾਣੇ ਲਿਖ ਰਹੇ ਨੇ ਕਿਉਂਕਿ ਉਹਨਾਂ ਨੂੰ ਪਿਆਰ ਆ ਧਰਤੀ ਨਾਲ ਲੋਕਾਂ ਨਾਲ ਇਸ ਚੀਜ਼ ਨਾਲ ਵੀ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਹਨਾ ਹੁਣ ਤੁਸੀਂ ਖੁਦ ਉੱਥੋਂ ਆਏ ਹੋ ਇੰਡੀਆ ਤੋਂ ਆਏ ਹੋ ਪੰਜਾਬ ਤੋਂ ਆਏ ਹੋ ਖੇਤੀਬਾੜੀ ਕਰਦੇ ਆਏ ਆ ਚਲੋ ਛੋਟੇ ਹੁੰਦੇ ਆ ਗਏ ਜਾਂ ਵੱਡੇ ਹੋ ਗਏ ਨਹੀਂ ਇਹਨਾਂ ਨੂੰ ਸੀ ਪਰ ਕਿਤੇ ਨਾ ਕਿਤੇ ਆਪਣਾ ਉਹ ਦਿਮਾਗ ਦਿਲ ਉਹ ਜੁੜਿਆ ਹੋਇਆ ਤੇ ਉਹ ਅੰਡਰਸਟੈਂਡ ਕਰਦਾ ਸਾਡੇ ਲੋਕਾਂ ਦਾ ਦੁੱਖ ਵੀ ਜੇ ਇਹ ਗੱਲਾਂ ਨਾ ਹੋਈਆਂ ਜੇ ਇਹ ਬਿੱਲ ਪਾਸ ਹੋ ਜਾਂਦੇ ਨੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਨਿਊ ਲਿਬਰਲਿਜ਼ਮ ਦੀ ਉਹ ਕੈਪੀਟਲਿਜ਼ਮ ਨੇ ਤਾਂ ਗਰੋ ਕਰਨਾ ਆਪਦੇ ਪੈਸੇ ਕਰਨੇ ਨੇ they're going to increase their share value they don't care about general ਲੋਕੀ ਵੀ ਕੀ ਹੋ ਰਿਹਾ ਉਹਨਾਂ ਜਨਰਲ ਪੋਪੂਲੇਸ਼ਨ ਨਾਲ even Harman would agree ਵੀ ਤੁਸੀਂ ਇੱਥੇ ਸਟੇਟਮੈਂਟਸ ਦੇਖ ਲਓ ਜਿਹੜੀਆਂ ਜਜਮੈਂਟਸ ਦੇਖ ਲਓ ਕੋਰਟਸ ਦੀਆਂ ਉਹ 'ਚ ਨਾ ਕਲੀਅਰਲੀ ਬਹੁਤ ਥਾਵਾਂ ਤੇ ਲਿਖਿਆ ਹੋਇਆ ਕਿ ਜਿਹੜੀਆਂ ਕਾਰਪੋਰੇਸ਼ਨਸ ਨੇ they wield the power equivalent to the government that's right ਇਹਨਾਂ ਕੋਲ ਇੰਨੀ ਪਾਵਰ ਹੈ ਜਿੰਨੀ ਗਵਰਨਮੈਂਟ ਕੋਲ ਤੇ ਜਿਹੜੀ ਕੰਟਰੀ ਦੇ ਵਿੱਚ ਗਵਰਨਮੈਂਟ ਵੀ ਹੁਣ ਉਹ ਜੀ ਆ ਜੋ ਕਾਰਪੋਰੇਸ਼ਨਾਂ ਵੀ ਹੈ ਜੀ ਉੱਥੇ ਕੀ ਬਣਨਾ ਕੀ ਤੇ ਆਮ ਕਿਸਾਨ ਨੂੰ ਤਾਂ ਨਹੀਂ ਪੁੱਛਿਆ ਜਾਣਾ ਨਾ ਉੱਥੇ ਐਂਡ what we call kleptocracy ਨੂੰ ਕਹਿ ਦਿੰਦੇ ਹੁੰਦੇ ਆ ਤੇ ਗੱਲ ਜਦੋਂ ਤੁਸੀਂ ਹੁਣ ਹਿਸਟਰੀ ਇਤਿਹਾਸ ਪੜ੍ਹੋ ਰਾਈਟ ਹੁਣ ਤੁਸੀਂ ਜੇ ਅਨੰਦਪੁਰ ਸਾਹਿਬ ਦਾ ਮਤਾ ਪੜ੍ਹਦੇ ਆ ਉਹਦੇ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਅਸੀਂ ਐਜ਼ ਅ ਸਿੱਖ ਕੌਮ ਅਸੀਂ ਜਦੋਂ concentration of economic power ਹੋਵੇ ਉਹਨੂੰ oppose ਕਰਨਾ ਹੈ so that manifesto as a political manifesto was meant ਕਿ ਕੈਪੀਟਲਿਜ਼ਮ ਦੇ ਖਿਲਾਫ ਕਰਕੇ ਜੇ economic power ਹੈ ਜੇ ਉਹ few hand ਦੇ ਵਿੱਚ concentration ਆ ਗਈ ਫਿਰ ਉਹ ਤੁਹਾਨੂੰ ਉਹ ਤੁਹਾਡੇ ਤੇ ਆਪੇ ਡਿਕਟੇਟਰਸ਼ਿਪ ਹੋ ਜਾਣੀ ਹੈ absolutely so now they have the power ਤੇ ਉਸ ਚੀਜ਼ ਨੂੰ ਅਸੀਂ oppose ਕਰਨਾ ਹੈ so it's the basic fundamentals of people of Punjab of a lot of people that you have to oppose this ਅਸੀਂ ਇਹ ਨਹੀਂ ਕਹਿ ਰਹੇ ਕਿ capitalism is bad ਪਰ ਜੇ ਤੁਸੀਂ example ਕੈਨੇਡਾ ਦਾ ਲਾਓ ਜਦੋਂ CWB ਜਿਹੜਾ ਕੈਨੇਡੀਅਨ ਵੀਟ ਪੋਰਟ ਸੀ ਜਦੋਂ ਡਿਸਬੈਂਡ ਕੀਤਾ ਗਿਆ ਸੀ ਠੀਕ ਹੈ ਜਿਹੜਾ ਪ੍ਰੋਫਿਟ ਸੀ ਫਾਰਮਿੰਗ ਤੋਂ ਉਹ ਵੱਧ ਗਏ ਪਰ ਜਿਹੜਾ ਕਿਸਾਨ ਦਾ ਫਾਰਮਰਸ ਦਾ ਇਨਕਮ ਆ ਉਹ
ਘਟੀ ਗਿਆ, ਉਹ ਘਟੀ ਹੈ। ਸੋ ਐਗਜ਼ਾਮਪਲ ਕੈਨੇਡਾ ਦਾ ਤੁਸੀਂ ਲਓ ਕਿ ਜੇ ਤੁਸੀਂ ਕੋਰਪੋਰੇਟਾਈਜੇਸ਼ਨ ਲਿਆਉਂਦੇ ਆ ਕਿ ਤੁਹਾਡੇ ਕਿਸਾਨਾਂ ਦਾ ਕੀ ਹੋਣਾ ਕਿ ਹੁਣ ਇਸ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਜੌਬਲੈਸ ਗਰੋਥ ਚੱਲ ਰਹੀ ਹੈ ਕਿ ਜਿਹੜੇ ਬੰਦੇ ਜੌਬਲੈਸ ਆ ਉਹਨਾਂ ਦੀ ਗਰੋਥ ਚੱਲ ਰਹੀ ਹੈ ਕਿ ਉਸ ਸੇਮ ਟਾਈਮ ਦੇ ਵਿੱਚ ਤੁਸੀਂ ਜਿਹੜੇ ਕਿਸਾਨ ਹੈ ਉਹਨਾਂ ਨੂੰ ਜੌਬਲੈਸ ਕਰਨ ਲੱਗੇ ਹਾਂਜੀ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਜੇ ਹੁਣ ਆਪਾਂ ਲੋਕਲ ਗਰਾਊਂਡ ਲੈਵਲ ਤੇ ਇਹ ਗੱਲ ਕਰਦੇ ਹਾਂ ਤੇ ਕਾਰਪੋਰੇਸ਼ਨਸ ਦੀ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਉਹ ਬਹੁਤ ਪ੍ਰਭਾਵ ਪਾ ਰਹੇ ਨੇ ਮੀਡੀਆ ਤੇ ਸੈਂਸਰਸ਼ਿਪ ਤੇ ਗਵਰਨਮੈਂਟ ਦੇ ਉੱਤੇ ਤੇ ਉਹ ਰੂਲਸ ਬਣਾਉਣ ਲਈ। ਦੇਖੋ ਹੁਣ ਡੇਂਜਰਸ ਟ੍ਰੈਂਡ ਕੀ ਆ ਕਿ ਕਾਰਪੋਰੇਸ਼ਨਸ ਹੈਗੀਆਂ, ਗਵਰਨਮੈਂਟ ਹੈਗੀ ਆ, ਕਾਰਪੋਰੇਸ਼ਨਸ ਕੋ ਉਨੀ ਪਾਵਰ ਹੈ ਜਿੰਨੀ ਗਵਰਨਮੈਂਟ ਕੋ ਹੈ। ਬਿਲਕੁਲ ਰਾਈਟ। ਇਹਨਾਂ ਨੂੰ ਕੰਟਰੋਲ ਕੌਣ ਕਰ ਸਕਦਾ? ਜੁਡੀਸ਼ਰੀ ਠੀਕ ਹੈ, ਜਿਹੜੀ ਕਿ ਬੈਲੈਂਸ ਕਰ ਸਕਦੀ। ਪਰ ਜਿਹੜਾ ਹੁਣ ਰੀਸੈਂਟ ਇਹਨਾਂ ਨੇ ਪੈਨਲ ਆਰਗੇਨਾਈਜ਼ ਕੀਤਾ ਸੁਪਰੀਮ ਕੋਰਟ ਇੰਡੀਆ, ਆਈ ਥਿੰਕ ਇਟਸ ਕੁਆਇਟ ਫਨੀ। ਹੁਣ ਜੇ ਈਵਨ ਇੱਥੇ ਕੋਈ 10th ਗ੍ਰੇਡ ਜਾਂ 8th ਗ੍ਰੇਡ ਜਾਂ 9th ਗ੍ਰੇਡ ਵਾਲੇ ਕਿਸੇ ਨੂੰ ਪੁੱਛੋ ਵੀ ਕਿ ਵੀ ਫਾਰਮ ਲਾਜ਼ ਦੇ ਹੱਕ ਦੇ ਵਿੱਚ ਇੱਕ ਪੈਨਲ ਬਣਿਆ, ਜਿਹੜੇ ਬੰਦੇ ਕਮੇਟੀ ਲਈ ਚੂਜ਼ ਕੀਤੇ ਗਏ ਨੇ ਉਹ ਸਾਰੇ ਜਿਹੜੇ ਨੇ ਉਹ ਫਾਰਮ ਲਾਜ਼ ਦੇ ਹੱਕ ਚ ਤੇ ਤੁਸੀਂ ਕੰਕਲੂਜਨ ਕੀ ਕੱਢੋਗੇ ਕਿ ਉਹ ਫਾਰਮ ਲਾਜ਼ ਦੇ ਫੇਵਰ ਦੀ ਗੱਲ ਕਰਨਗੇ ਕਿ ਅਗੇਂਸਟ? ਉਹ ਮੈਂ ਇੱਕ ਬੜਾ ਵਧੀਆ ਚੁਟਕਲਾ ਪੜਿਆ ਸੀ, ਉਹ ਕਹਿੰਦਾ ਵੀ ਮੰਨ ਲਓ ਤੁਹਾਡਾ ਝਗੜਾ ਹੋ ਗਿਆ ਤੁਹਾਡੀ ਵਾਈਫ ਨਾਲ, ਠੀਕ ਆ, ਆਫ ਦਾ ਟਾਪਿਕ, ਤੇ ਹੁਣ ਜਿਹੜੇ ਬੰਦੇ ਨੇ ਫੈਸਲਾ ਕਰਾਉਣਾ ਉਹ ਤੁਹਾਡਾ ਮਦਰ ਲਾ, ਫਾਦਰ ਲਾ, ਬ੍ਰਦਰ ਲਾ, ਸਿਸਟਰ ਲਾ, ਤੇ ਤੁਸੀਂ ਸੋਚੋ ਵੀ ਫੈਸਲਾ ਕਿਹਦੇ ਐਜ਼ ਅ ਜੋ। ਸੋ ਸਾਡਾ ਕਿਸੇ ਨੂੰ ਦੇਖੋ ਮੈਂ ਤੁਹਾਨੂੰ ਫਿਰ ਦੱਸ ਰਿਹਾ, ਸਾਡਾ ਕਿਸੇ ਨੂੰ ਮਾੜਾ ਠਹਿਰਾਉਣਾ ਜਾਂ ਗਲਤ ਕਹਿਣਾ ਮਕਸਦ ਨਹੀਂ ਹੈ। ਅਸੀਂ ਕਈ ਵਾਰੀ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਪੰਜਾਬੀਅਤ ਦੀ ਗੱਲ ਕਰਦੇ ਹਾਂ, ਸਾਡੀ ਭਾਸ਼ਾ, ਅਸੀਂ ਉੱਥੋਂ ਆਏ ਹਾਂ। ਸਾਡੇ ਕੋਲੇ ਜੇ ਤੁਸੀਂ ਇਸ ਪਲੇਟਫਾਰਮ ਤੇ ਹਨੀ ਵਾਲੀਆ ਸ਼ੋਜ਼ ਦੇ ਨਾਲ ਜੁੜਨਾ ਚਾਹੁੰਦੇ ਹੋ ਸਾਨੂੰ ਮੈਸੇਜ ਕਰੋ। ਤੁਸੀਂ ਇਸ ਪਲੇਟਫਾਰਮ ਤੇ ਸਾਡੇ ਨਾਲ ਆ ਕੇ ਕੋਈ ਡਿਸਕਸ਼ਨ ਆਰਗੂਮੈਂਟਿਵ ਡਿਸਕਸ਼ਨ ਕਰਨੀ ਚਾਹੁੰਦੇ ਹੋ, ਆਪਦਾ ਪੱਖ ਦੱਸਣਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਪਲੀਜ਼ ਟੈਕਸਟ ਅਸ, ਕਾਲ ਅਸ ਜਾਂ ਸਾਨੂੰ ਕਮੈਂਟ ਕਰ ਦਿਓ ਤਾਂ ਕਿ ਆਪਾਂ ਤੁਹਾਡਾ ਪੱਖ ਸੁਣ ਕੇ, ਚਾਹੇ ਉਹ ਕਿਸੇ ਵੀ ਸਟੇਟ ਕਿਸੇ ਵੀ ਲੈਂਗੁਏਜ ਨਾਲ ਬਿਲੋਂਗ ਕਰਦੇ ਨੇ, ਐਟਲੀਸਟ ਆਪਾਂ ਕੋਈ ਮੀਡੀਅਮ ਫਿਗਰ ਆਊਟ ਕਰ ਲਾਂਗੇ ਵੀ ਜਿਹਦੇ ਚ ਆਪਾਂ ਚਾਹੇ ਕੋਈ ਲੈਂਗੁਏਜ ਹੋਵੇ ਜਾਂ ਕਿਤੇ ਵੀ ਹੋਵੇ ਆਪਾਂ ਉਹ ਫਿਗਰ ਆਊਟ ਕਰਕੇ ਉਹਨਾਂ ਡਿਸਕਸ਼ਨ ਕਰ ਸਕਦੇ ਹਾਂ। ਸੋ ਡੋਂਟ ਫੀਲ ਵੀ ਇਹ ਨਹੀਂ ਵੀ ਇਹ ਪੰਜਾਬ ਦੀ ਇਕੱਲੇ ਪੰਜਾਬੀ ਕਰ ਰਹੇ ਨੇ, ਇਹ ਇਕੱਲਾ ਪੰਜਾਬੀ ਦਾ ਜਾਂ ਪੰਜਾਬੀ ਕਿਸਾਨਾਂ ਦਾ ਮਸਲਾ ਨਹੀਂ, ਸਾਰੇ ਭਾਰਤ ਦੇ ਕਿਸਾਨਾਂ ਦਾ ਮਸਲਾ ਹੈ। ਨਹੀਂ ਉਹ ਮੈਂ ਬਿਲਕੁਲ ਐਗਰੀ ਕਰਦਾ ਤੁਹਾਡੇ ਨਾਲ, ਪਰ ਕਿਉਂਕਿ ਜਿਹੜੇ ਆਪਾਂ ਸਟੇਟ ਚੋਂ ਜਾਂ ਪ੍ਰੋਵਿੰਸ ਤੋਂ ਆਏ ਆ ਸਾਨੂੰ ਉਹਦਾ ਜ਼ਿਆਦਾ ਪਤਾ, ਸਾਨੂੰ ਅਲਬਰਟਾ ਦਾ ਜ਼ਿਆਦਾ ਪਤਾ ਕਿਉਂਕਿ ਇੱਥੇ ਰਹਿੰਦੇ ਆ ਅਸੀਂ। ਹਾਂ ਉਹ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਫਰਕ ਪੈ ਜਾਂਦਾ। ਅਸੀਂ ਸਾਰੇ ਇੰਡੀਆ ਦੀ ਗੱਲ ਕਰਦੇ ਬਿਲਕੁਲ। ਸੋ ਤੁਸੀਂ ਇੱਕ ਗੱਲ ਹੁਣ ਕਈ ਵਾਰੀ ਆ ਰਹੀ ਆ, ਮੈਂ ਲਾਈਕ ਇੱਕ ਆਰਟੀਕਲ ਪੜ੍ਹਿਆ ਸੀ ਕਿ the constitutionality of these laws ਕਿ ਉਹਦੇ ਬਾਰੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੱਸੋ ਕਿ are these laws constitutional ਕਰਕੇ ਫੈਡਰਲ ਪਾਵਰ ਦੇ ਵਿੱਚ ਆਉਂਦੇ ਆ ਜਦੋਂ ਤੁਸੀਂ ਇੰਡੀਆ ਦਾ ਕਨਸਟੀਟਿਊਸ਼ਨ ਪੜ੍ਹਦੇ ਆ, ਕਰਕੇ ਇੰਡੀਆ ਦਾ ਕਨਸਟੀਟਿਊਸ਼ਨ ਪਾਰਲੀਮੈਂਟ ਤੋਂ ਪਹਿਲਾਂ ਆਉਂਦਾ ਸੀ, ਰਾਈਟ? ਕਨਸਟੀਟਿਊਸ਼ਨ ਹੈ, ਪਾਰਲੀਮੈਂਟ ਇਜ਼ ਮੇਡ ਅੰਡਰ ਦ ਕਨਸਟੀਟਿਊਸ਼ਨ। ਦੇਖੋ ਤੁਸੀਂ ਵੀ ਲਾਅ ਇੱਥੇ ਪੜ੍ਹਿਆ, ਮੈਂ ਵੀ ਲਾਅ ਇੱਥੇ ਪੜ੍ਹਿਆ, ਸੋ ਆਪਾਂ ਨੂੰ ਨਹੀਂ ਪਤਾ ਵੀ ਉੱਥੇ ਕੀ ਕਰਦੇ ਨੇ, ਬਟ ਜੋ ਨਿਊਜ਼ ਉੱਥੋਂ ਆ ਰਹੀ ਆ ਤੇ ਜਿਹੜੇ ਉੱਥੋਂ ਦੇ ਲਾਇਰਸ ਨੇ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਇਹ ਲਾਅਸ ਪਾਸ ਕੀਤੇ ਗਏ ਨੇ ਇਹ ਕਨਸਟੀਟਿਊਸ਼ਨਲ ਨਹੀਂ ਹੈਗੇ। ਓਕੇ। ਤੇ ਫਿਰ ਇੱਕ ਜਿਹੜੇ ਫਾਰਮਰਸ ਦੇ ਲੀਡਰਸ ਨੇ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਜੇ ਇਹ ਕਨਸਟੀਟਿਊਸ਼ਨਲ ਨਹੀਂ ਹੈਗੇ ਲਾਅਸ ਤੇ ਫਿਰ ਇਹਨਾਂ ਪ੍ਰੋਟੈਸਟ ਕਰਨ ਦੀ ਲੋੜ ਅਸੀਂ ਉੱਥੇ ਸੁਪਰੀਮ ਕੋਰਟ ਜੁਡੀਸ਼ਰੀ ਸਿਸਟਮ ਕੋਲ ਜਾਓ ਤੇ ਆਪਣਾ ਰੱਦ ਹੋ ਜਾਣਗੇ। ਪਰ ਫਾਰਮ ਲੀਡਰਸ ਦਾ ਇਹ ਕਹਿਣਾ ਸੀ ਵੀ ਸਾਨੂੰ ਜੁਡੀਸ਼ਰੀ ਦੇ ਉੱਤੇ ਇੰਨੀ ਉਮੀਦ ਨਹੀਂ ਔਰ ਇੰਨੀ ਛੇਤੀ ਨਹੀਂ ਹੋਣਾ, ਸੋ ਇਸ ਕਰਕੇ ਸਾਨੂੰ ਪ੍ਰੋਟੈਸਟ ਕਰਨਾ ਪਿਆ। ਜੇ ਸਾਨੂੰ ਉਮੀਦ ਹੁੰਦੀ ਤੇ ਅਸੀਂ ਜਾਂਦੇ ਤੇ ਕੰਮ ਮੁੱਕ ਜਾਣਾ ਸੀ। ਤਾਂ ਅਸੀਂ ਦੇਖ ਲਿਆ ਕਿ ਕੀ ਕਰਦੇ ਆ। ਆਈ ਥਿੰਕ ਐਵਰੀਥਿੰਗ ਜਿਹੜੀ ਸਾਰੀ ਗੱਲ ਆ ਉਹ ਜਾਂਦੀ ਹੈ ਇੰਟੈਂਸ਼ਨ ਆਫ ਦ ਗਵਰਨਮੈਂਟ ਵੀ ਇੰਟੈਂਟ ਕੀ ਸੀ। ਕੋਵਿਡ ਚੱਲ ਰਿਹਾ, ਕਿਸੇ ਪਤਾ ਨਹੀਂ, ਬੰਦੇ ਬਾਹਰ ਨਹੀਂ ਨਿਕਲ ਸਕਦੇ, ਕੋਰਟਸ ਆਰ ਨਾਟ ਇਨ ਸੈਸ਼ਨ, ਕੋਰਟਸ ਦੇ ਸੈਸ਼ਨ ਨਹੀਂ ਹੋ ਰਹੇ, ਉਹ ਕਿੱਥੇ ਫਾਈਲ ਕਰਨਗੇ, ਕੀ ਕਰਨਗੇ, ਇਟਸ ਗੋਇੰ ਟੂ ਡਰੈਗ। ਤੇ ਹੁਣ ਜਿਸ ਹਿਸਾਬ ਨਾਲ ਪਿਛਲੇ 2 ਮਹੀਨੇ ਤੇ ਉੱਥੇ ਹੋ ਕੇ ਬੈਠਿਆਂ ਨੂੰ 2 ਮਹੀਨੇ ਤੋਂ ਘੱਟ ਜ਼ਿਆਦਾ ਟਾਈਮ ਪੰਜਾਬ 'ਚ ਚੱਲ ਰਿਹਾ ਪ੍ਰੋਟੈਸਟ। ਤੁਸੀਂ ਇੰਟੈਂਸ਼ਨ ਦੇਖੋ ਕਿ ਕੀ ਆ ਗਵਰਨਮੈਂਟ ਦੀ। 4 ਮਹੀਨਿਆਂ ਦੇ ਵਿੱਚ ਇੱਕ ਵੀ ਗਵਰਨਮੈਂਟ ਅਫੀਸ਼ੀਅਲ ਦੀ ਸਟੇਟਮੈਂਟ ਨਹੀਂ ਆਈ, ਗਵਰਨਮੈਂਟ ਆਫ ਇੰਡੀਆ ਦੀ ਵੀ ਹੋਈ ਔਰ ਡਿਸਟ੍ਰੈਸਡ ਵੀ ਜੋ ਕੁਝ ਹੋ ਰਿਹਾ ਜਾਂ ਉੱਥੇ 150 ਬੰਦਾ ਮਰ ਗਿਆ ਆ, ਉਹ ਵੀ ਦਿੱਲੀ ਦੇ ਬਾਹਰ ਜਿੱਥੇ ਪ੍ਰਾਈਮ ਮਿਨਿਸਟਰ ਰਹਿੰਦਾ। ਜੇ ਤੁਸੀਂ ਇੰਨਾ ਇਨਸੈਂਸਿਟਿਵ ਐਟੀਟਿਊਡ ਸ਼ੋ ਕਰੋਗੇ ਪਬਲਿਕ ਦੇ ਅਗੇਂਸਟ ਤੇ ਵਾਟ ਡੂ ਯੂ ਐਕਸਪੈਕਟ? ਤੇ ਮੈਂ ਦੂਜੀ ਗੱਲ ਇਹ ਵੀ ਪੁੱਛਣਾ ਚਾਹੁੰਦਾ ਸੀ, ਮੈਨੂੰ ਕੁਝ ਕਲੀਅਰ ਹੈ ਕੁਝ ਨਹੀਂ ਕਲੀਅਰ, ਵੀ ਜਿਹੜਾ ਹੁਣ ਸੁਪਰੀਮ ਕੋਰਟ ਨੇ ਇਹ ਕਮੇਟੀ ਬਣਾਈ ਆ ਤੇ ਉਹ ਕਹਿੰਦੇ ਸੀ ਇਨ ਆਰਡੀਨੈਂਸ ਦੇ ਬਿਲਸ ਦੇ ਉੱਤੇ ਜੀ ਸਟੇ ਲੱਗੀ, ਉਹਦਾ ਕੋਈ ਐਕਚੁਅਲ ਕੋਈ ਮੀਨਿੰਗ ਨਹੀਂ ਹੈਗਾ ਐਸ ਫਾਰ ਐਸ ਆਈ ਅੰਡਰਸਟੈਂਡ, ਵੀ ਕੋਈ ਐਕਚੁਅਲ ਸਟੇ ਨਹੀਂ ਲੱਗੀ, ਉਹ ਤਾਂ ਸਿਰਫ ਉਹਨਾਂ ਨੇ ਸੁਝਾਅ ਦਿੱਤਾ ਵੀ ਇੱਥੇ ਸਟੇ ਲਗਾ ਦਿਓ ਤੇ ਇਹਨੂੰ ਕਮੇਟੀ ਬਣਾਤੀ ਹੋਈ ਹੈ। ਸੋ ਦੇਵ ਓਨਲੀ ਰੀਲੀ ਜਸਟ ਮੇਡ देयर opinion, not really actually struck the law down. Is that correct? ਸਹੀ ਗੱਲ ਹੈ ਨਾ? ਮੇਰੇ ਖਿਆਲ ਅਜੇ ਉੱਥੇ ਕੁਝ ਨਹੀਂ ਹੋਇਆ।
ਹੋਇਆ Okay, so ਉਹ ਤਾਂ misinformation ਆ ਰਹੀ ਹੈ। ਐਡਵਾਈਸਮੈਂਟ ਆ ਕਿ ਆ ਕਰ ਲਓ, Advisement ਆ, ਹਾਂ। ਸੋ ਆਲਰੇਡੀ ਜਿਹੜੀ ਉਹ ਕਮੇਟੀ ਆ ਹੁਣ ਆਲਰੇਡੀ ਉਹ ਕਿ 8-10 ਯੂਨੀਅਨਸ ਜਿਹੜੇ ਅਲੱਗ-ਅਲੱਗ ਸਟੇਟਾਂ ਨਾਲ ਉਹ ਮਿਲ ਚੁੱਕੇ ਆ, ਬਿਆਨ ਵੀ ਲੈਣ ਲੱਗ ਪਏ ਆ, ਉਹਨਾਂ ਨੇ ਪੋਰਟਲ ਵੀ ਕ੍ਰੀਏਟ ਕਰ ਲਿਆ ਕਿ ਤੁਸੀਂ ਸੋਚ ਲਓ ਕਿ ਜੇ ਇਹ ਕਮੇਟੀ ਬਸ ਕਿੰਨੇ ਦਿਨ ਹੋਏ ਸੀਗੇ ਜਦੋਂ ਦਾ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਸੀ ਕਿ ਕਮੇਟੀ ਬਣਾਉਣੀ ਆ, ਕਿ ਇੰਨੇ ਛੇਤੀ ਇਹ ਚੀਜ਼ਾਂ ਹੋ ਗਈਆਂ। ਪੋਰਟਲ ਬਣਾਤਾ, ਆਨਲਾਈਨ ਪੋਰਟਲ ਬਣਾਤਾ ਕਿ ਤੁਸੀਂ ਆਪਣੇ ਬਿਆਨ ਸਾਡੇ ਆਨਲਾਈਨ ਤੁਸੀਂ ਪੇਸ਼ ਕਰ ਲਓ ਕਿ ਕਦੀ ਤੁਸੀਂ ਕਦੀ ਦੇਖਿਆ ਇੰਡੀਆ ਚ ਇੰਨੀ ਛੇਤੀ ਕਮੇਟੀ ਨੇ ਇੰਨਾ ਕੰਮ ਕੀਤਾ ਹੁੰਦਾ ਨਹੀਂ, ਰਾਈਟ? ਐਟ ਦੀ ਜਦੋਂ ਤੁਸੀਂ ਹੁਣ ਗੱਲ ਭਾਜੀ ਨੇ ਕੀਤੀ ਸੀ ਕਿ ਇੰਨੀ ਛੇਤੀ ਕਰਨ ਦਾ, ਰਾਈਟ, ਕਿ ਇੰਟੈਂਸ਼ਨੈਲਿਟੀ ਕੀ ਸੀ ਕਿ ਜਦੋਂ ਫਾਰਮਰ ਰਿਫਾਰਮਸ ਜਿਹੜੇ ਫਾਰਮਰਸ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਕਿ ਰਿਫਾਰਮਸ ਚਾਹੀਦੇ ਨੇ, ਕੋਈ ਚਾਹੀਦੇ ਨੇ ਰਿਫਾਰਮਸ, we all agree on that। ਤੇ ਗੱਲ ਹੈ ਕਿ ਜਦੋਂ ਸਵਾਮੀਨਾਥਨ ਕਮਿਸ਼ਨ ਰਿਪੋਰਟ 5 ਰਿਪੋਰਟਾਂ ਦੇ ਬਾਵਜੂਦ ਈਵਨ ਜਦੋਂ ਮੋਦੀ ਸਾਹਿਬ ਸੀਐਮ ਸੀ ਗੁਜਰਾਤ ਦੇ ਵਿੱਚ, ਉਦੋਂ ਉਹ ਕਹਿ ਰਹੇ ਸੀ ਕਿ ਅਸੀਂ ਲਾਗੂ ਕਰਾਂਗੇ ਕਿ ਜਦੋਂ ਤੁਹਾਡੇ ਕੋਲ ਪਾਵਰ ਆ ਗਈ, ਨਾਓ ਯੂ ਗੋ ਦੀ ਅਦਰ ਡਾਇਰੈਕਸ਼ਨ। ਇੱਕ ਹੋਰ ਆ ਵੀ ਜੇ ਮਤਲਬ ਪਹਿਲੀ ਗੱਲ ਜਿਹੜੇ ਸਟੇਕ ਹੋਲਡਰਸ ਨੇ, ਹੁਣ ਇੱਥੇ ਵੀ ਆਪਾਂ ਜਦੋਂ ਕੋਈ ਲਾਅ ਬਣਦਾ, ਯੂ ਆਰ ਮੋਰ ਫੈਮਿਲੀਅਰ ਵਿਦ ਦੈਟ, ਲਾਅ ਬਣਦਾ ਤੁਸੀਂ ਸਟੇਕ ਹੋਲਡਰਸ ਨੂੰ ਇਨਵੋਲਵ ਕਰਦੇ, ਐਂਡ ਇਫ ਆਈ ਕੰਪੇਅਰ ਵਿਦ ਇੰਡੀਜੀਨਸ ਪੀਪਲ ਜਿਹੜੇ ਇੱਥੋਂ ਦੇ ਨੇ, ਵੀ ਟਾਕ ਟੂ them ਕਿ ਕਿਵੇਂ ਕਰਨਾ, ਐਂਡ ਪ੍ਰੋਟੈਕਸ਼ਨ ਕਿੰਨੀ ਵੱਡੀ ਟ੍ਰੀਟੀਆਂ ਬਣੀਆਂ ਨੇ, ਸਾਰਾ ਕੁਝ ਹੋਇਆ, ਕਨਸਟੀਟਿਊਸ਼ਨ ਚ ਕਿੰਨੀ ਵੱਡੀ ਪ੍ਰੋਟੈਕਸ਼ਨ ਹੋਣਾ। ਬਿਲਕੁਲ। ਸਿਮਿਲਰਲੀ ਸਟੇਕ ਹੋਲਡਰਸ ਇੱਥੇ ਫਾਰਮਰਸ ਨੇ, ਤੇ ਉਹਨਾਂ ਨਾਲ ਗੱਲ ਕੋਈ ਨਹੀਂ ਹੋਈ ਉਹਨਾਂ ਨਾਲ। ਕਾਰਪੋਰੇਸ਼ਨਸ ਨਾ ਇਕਨੋਮਿਸਟ ਸਟੇਕ ਹੋਲਡਰ ਹੈ, ਨਾ ਇਕਨੋਮਿਸਟ ਐਬਸੋਲੂਟਲੀ ਸਟੇਕ ਹੋਲਡਰ ਨਹੀਂ ਹੈਗਾ। ਸਟੇਕ ਹੋਲਡਰ ਜੋ ਲੈਂਡ ਓਨ ਕਰਦਾ, ਜੇ ਕਮੇਟੀਆਂ ਬਣਾਉਣੀਆਂ ਜਾਂ ਕੋਈ ਲਾਅ ਪਾਸ ਕਰਨਾ ਫਾਰਮਰਸ ਨੂੰ, ਉੱਥੇ ਜਿਹੜੇ ਪ੍ਰੈਕਟੀਕਲੀ ਐਗਰੀਕਲਚਰਲ ਐਕਸਪਰਟਸ ਨੇ, ਜਿਹੜੇ ਗਰਾਊਂਡ ਰਿਐਲਿਟੀ ਨੂੰ ਜਾਣਦੇ ਨੇ। ਬਿਲਕੁਲ, ਹਾਂ। ਹੁਣ ਪੰਜਾਬ ਦੀ ਗਰਾਊਂਡ ਰਿਐਲਿਟੀ ਤਾਮਿਲਨਾਡੂ ਨਾਲੋਂ ਵੱਖਰੀ ਹੈ, ਐਬਸੋਲੂਟਲੀ ਐਗਰੀ, ਕੇਰਲਾ ਨਾਲੋਂ ਡਿਫਰੈਂਟ ਹੈ, ਬਿਲਕੁਲ। ਪੰਜਾਬ ਹਰਿਆਣਾ ਦੀ ਆਲਮੋਸਟ ਸੇਮ ਆ, ਜੋ ਰਾਜਸਥਾਨ ਵੀ ਨਾਲ ਰਲ ਸਕਦਾ। ਹਾਂ, ਪਰ ਉੱਤਰਾਖੰਡ ਦੀ ਵੱਖਰੀ ਹੈ, ਬਿਹਾਰ ਦੀ ਇਟਸ ਡਿਫਰੈਂਟ। ਸੋ ਜਦੋਂ ਤੱਕ ਉੱਥੋਂ ਦੀ ਗਰਾਊਂਡ ਰਿਐਲਿਟੀ ਨੂੰ ਤੁਸੀਂ ਨਹੀਂ ਸਮਝਦੇ, ਉੱਥੋਂ ਦੇ ਗਰਾਊਂਡ ਲੈਵਲ ਦਾ ਜਿਹੜਾ ਐਗਰੀਕਲਚਰ ਸਿਸਟਮ ਨੂੰ ਨਹੀਂ ਸਮਝਦੇ, ਉਹਨੂੰ ਕਿਵੇਂ ਸਮਝੋਗੇ? ਤੁਸੀਂ ਕਿਵੇਂ ਲਾਅ ਬਣਾ ਸਕਦੇ? ਦੈਟਸ ਰਾਈਟ। ਤੇ ਆਪਾਂ we're gonna run out of time, ਆਪਾਂ ਥੋੜਾ ਜਿਹਾ ਟੱਚ ਕਰ ਲਈਏ ਹੁਣ 26 ਜਨਵਰੀ ਨੂੰ ਜੋ ਹੋ ਰਿਹਾ ਵਾ, ਜੋ ਕਰਨਾ ਚਾਹੁੰਦੇ ਨੇ ਵੀ ਅਸੀਂ ਇੱਥੇ ਜਾਣਾ, ਉੱਥੇ ਕਰਨਾ, ਟਰੈਕਟਰ ਰੈਲੀ ਹੋ ਰਹੀ ਹੈ, ਉਹਦਾ ਇੰਪੈਕਟ ਤਾਂ ਆਬਵੀਅਸਲੀ ਵਰਲਡ ਲੈਵਲ ਤੇ ਗਵਰਨਮੈਂਟ ਨੂੰ ਵੀ ਪੈਣਾ ਵਾ, ਚਲੋ ਉੱਥੇ ਲੋਕਾਂ ਨੂੰ ਵੀ ਪੈਣਾ, ਬਿਜ਼ਨੈਸਸ ਨੂੰ ਵੀ ਪੈਣਾ, ਆਮ ਲੋਕ ਜੋ ਕੱਢ ਰਹੇ ਉਹਨਾਂ ਨੂੰ ਪੈਣਾ। ਪਰ ਕੁਝ ਰਿਪੋਰਟ ਇਹ ਆ ਵੀ ਉਹ ਕਹਿ ਰਹੇ ਨੇ ਵੀ ਆਪਾਂ ਜਿੱਥੇ ਉਹ ਪਰੇਡ ਹੋਣੀ ਆ ਉੱਥੇ ਨਹੀਂ ਜਾਣਾ, ਤੇ ਲਾਲ ਕਿਲੇ ਤੇ ਨਹੀਂ ਜਾਣਾ, ਵੀ ਆਪਾਂ ਡਿਸਟਰਬੈਂਸ ਨਹੀਂ ਕਰਨੀ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਆਪਾਂ ਉਸ ਦੇਸ਼ ਦੇ ਨਾਗਰਿਕ ਹਾਂ ਤੇ ਅਸੀਂ ਪ੍ਰੋਟੈਸਟ ਪੀਸਫੁਲੀ ਕਰਦੇ ਆ ਰਹੇ ਹਾਂ, ਪੀਸਫੁਲੀ ਹੀ ਕਰਨਾ। ਜੋ ਸਿਸਟਮ ਚੱਲ ਰਿਹਾ 26 ਜਨਵਰੀ ਦਾ ਜਾਂ ਪਰੇਡ ਹੈ, ਉਹ ਇੱਕ ਹੋਰ ਚੀਜ਼ ਹੈ, ਉਹ ਹੋ ਲੈਣੀ ਚਾਹੀਦੀ ਹੈ, ਉਹਨੂੰ ਹੈਪਨ, ਲੈਟ ਇਟ ਹੈਪਨ। ਸੋ ਉਹਦੇ ਬਾਰੇ ਮੈਨੂੰ ਮਾੜਾ ਜਿਹਾ ਦੱਸੋਗੇ ਜੇ ਹਰਮਨ ਤੁਹਾਨੂੰ ਪਤਾ ਵੀ ਉਹਦੀ ਕੀ ਰਿਪੋਰਟ ਆ, ਜਾਂ ਜੋ ਜਥੇਬੰਦੀਆਂ ਨੇ ਉਹ ਕਿੱਦਾਂ ਕਰਨਾ ਚਾਹੁੰਦੀਆਂ ਨੇ, ਕਿਵੇਂ ਹੈਂਡਲ ਕਰ ਰਹੀਆਂ ਨੇ? ਸੋ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਪੁਲਿਸ ਨਾਲ ਮੀਟਿੰਗਾਂ ਹੋਈਆਂ ਸੀ, ਰਾਈਟ, ਸਾਰੇ ਕਿਸਾਨ ਜਥੇਬੰਦੀਆਂ ਦੇ ਨਾਲ, ਤੇ ਉਹਦੇ ਵਿੱਚ ਉਹਨਾਂ ਨੇ ਦਿੱਲੀ ਪੁਲਿਸ ਦਾ ਦੱਸਿਆ ਕਿ ਨਹੀਂ, ਅਸੀਂ ਆਊਟਰ ਰਿੰਗ ਰੋਡ ਦੇ ਵਿੱਚ ਅਸੀਂ ਕਰਨਾ ਆਪਣਾ, ਪਰ ਉਹਦਾ ਦਿੱਲੀ ਪੁਲਿਸ ਦਾ ਕੋਸ਼ਿਸ਼ ਇਹੀ ਸੀ ਕਿ ਤੁਸੀਂ ਕਿਤੇ ਹੋਰ ਸ਼ਿਫਟ ਕਰ ਲਓ, ਤੇ ਕਿਸਾਨ ਜਿਹੜੇ ਜਥੇਬੰਦੀ ਜਿੰਨੇ ਵੀ ਯੂਨੀਅਨ ਸੀ ਉਹ ਕਹਿੰਦੇ ਨਹੀਂ, ਅਸੀਂ ਆਊਟਰ ਰਿੰਗ ਰੋਡ ਕਿ ਐਬਸੋਲੂਟਲੀ ਸ਼ਾਂਤ ਭਾਈ ਅਸੀਂ ਰੱਖਣਾ ਸਾਰਾ ਕੁਝ, ਅਸੀਂ ਇੰਟਰਫੇਰੈਂਸ ਨਹੀਂ ਕਰਨੀ ਕਿਤੇ, ਪਰ ਅਸੀਂ ਆਪਣਾ ਆਊਟਰ ਰਿੰਗ ਰੋਡ ਵਿੱਚ ਰੱਖਾਂਗੇ। ਤੇ ਆਲਰੇਡੀ ਹੁਣ ਖਬਰ ਆਈ ਸੀਗੀ ਕਿ ਪੰਜਾਬ ਚੋਂ ਜਾਂ ਬਾਕੀ ਇੰਡੀਆ ਤੋਂ ਟਰੈਕਟਰ ਆਲਰੇਡੀ ਗੋਇੰਗ देयर, ਤੇ ਆਈ ਮੀਨ ਇਹ ਅਗਲਾ ਸਟੈਪ ਹੈ ਕਰਕੇ ਹੁਣ ਇਸ ਟਾਈਮ ਤੇ ਡੈਡਲੌਕ ਚੱਲ ਰਿਹਾ। ਕਿਸਾਨ ਯੂਨੀਅਨ ਲੀਡਰਸ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਸਟੇ ਸਰਕਾਰ ਨੇ ਆਫਰ ਕੀਤਾ ਸੀ 2 ਸਾਲ ਦਾ ਜਾਂ 1.5 ਸਾਲ ਦਾ, ਉਹ ਰਿਜੈਕਟ ਕੀਤਾ ਗਿਆ ਸੀ। ਸੋ ਇਸ ਟਾਈਮ ਤੇ ਡੈਡਲੌਕ ਚੱਲ ਰਿਹਾ, ਤੇ ਗੱਲ ਹੈ ਕਿ ਅੱਗੇ ਕਿੱਦਾਂ ਵਧਾਉਣਾ ਇਸ ਗੱਲ ਨੂੰ। ਟਾਈਮ ਨਾਲ ਜਿਹੜਾ ਸਰਕਾਰ ਹੈ ਉਹਨਾਂ ਦੀ ਸਟ੍ਰੈਟਜੀ ਇਹੀ ਆ ਕਿ ਅਸੀਂ ਇਹਨਾਂ ਨੂੰ ਕਿੱਦਾਂ ਕਮਜ਼ੋਰ ਕਰਨਾ, ਡਿਲੇ ਕਰ ਦਈਏ। ਸੋ ਜਿਹੜਾ ਕਿਸਾਨ ਯੂਨੀਅਨ ਲੀਡਰਸ਼ਿਪ ਆ, ਦੇ ਹੈਵ ਟੂ ਫਿਗਰ ਆਊਟ ਅ ਵੇ ਕਿ ਅਸੀਂ ਇਸ ਚੀਜ਼ ਨੂੰ ਕਿੱਦਾਂ ਅਸੀਂ ਗਾਂ ਤੋੜਨਾ, ਐਂਡ ਦੈਟਸ ਗੋਇੰ ਟੂ ਬੀ ਦ ਚੈਲੰਜ। ਓਕੇ, ਤੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਆ ਪ੍ਰੋਟੈਸਟ ਦੀ, ਜੇ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਨੇ ਨੇ ਤੇ ਤੁਹਾਨੂੰ ਉਹਦਾ ਆਈਟੀ ਸੈੱਲ ਬਣਾਉਣੇ ਪੈਣੇ ਨੇ। ਮਤਲਬ ਵੀ ਹੁਣ ਹਾਲਾਤ ਇਹ ਚ ਹੋ ਚੁੱਕੇ ਨੇ ਵੀ ਤੁਸੀਂ ਪ੍ਰੋਟੈਸਟ ਵੀ ਕਰਨਾ ਤੇ ਨਾਲ ਤੁਹਾਨੂੰ ਆਈਟੀ ਸੈੱਲ ਵੀ ਬਣਾਉਣਾ, ਆਈਟੀ ਸੈੱਲ ਅਦਰਵਾਈਜ਼ ਤੁਹਾਡਾ ਪ੍ਰੋਟੈਸਟ ਚੱਲਣਾ ਨਹੀਂ। ਪਰ ਆਈ ਥਿੰਕ ਓਵਰਆਲ ਕਿਤੇ ਵੀ ਆਪਾਂ ਦੇਖ ਲਈਏ, ਚਲੋ ਬੰਦੇ ਕੋਈ ਬਣਾਉਂਦੇ ਰਹਿੰਦੇ ਜੀ, ਗਿਨੀਜ਼ ਵਰਲਡ ਰੈਕੋਰਡ ਦੇ ਵਿੱਚ ਆ ਜੇ ਕਰ ਜੇਗਾ, ਪਰ ਓਵਰਆਲ ਜੇ ਆਪਾਂ ਦੇਖੀਏ ਕਿਤੇ ਵੀ ਬੈਠੇ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਹੋ ਸਕਦਾ, ਕਿਤੇ ਨਾ ਕਿਤੇ ਲੋਕੀ ਦੇਖ ਰਹੇ ਨੇ ਵੀ ਜੇ ਪ੍ਰੋਟੈਸਟ ਕਰਨਾ ਤਾਂ
ਜੋ ਪ੍ਰੋਟੈਸਟ ਇਹਨਾਂ ਲੋਕਾਂ ਨੇ ਕੀਤਾ ਪੀਸਫੁਲੀ ਕਰ ਰਹੇ ਨੇ, ਲੌਂਜੀਵਿਟੀ ਇੰਨੀ ਹੋ ਚੁੱਕੀ ਹੈ ਵੀ ਇਦਾਂ ਕਰਨਾ ਚਾਹੀਦਾ। ਆਈ ਥਿੰਕ ਕਿਤੇ ਨਾ ਕਿਤੇ ਉਹ ਪ੍ਰੋਟੈਸਟ ਐਗਜ਼ਾਮਪਲ ਬਣ ਚੁੱਕਿਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਇੱਕ ਇਹ ਬੜਾ ਹਿਸਟਰੀ ਦਾ ਆਈ ਗੈਸ ਬੜਾ ਵੱਖਰਾ ਮੂਮੈਂਟ ਹੋਏਗਾ ਵੀ ਲੋਕੀ ਯਾਦ ਕਰਿਆ ਕਰਨਗੇ, ਕਹਿਣਗੇ ਵੀ ਅਸੀਂ ਉਦਾਂ ਦਾ ਮੋਰਚਾ ਕਰਨਾ ਜਾਂ ਅਸੀਂ ਉਦਾਂ ਦਾ ਪ੍ਰੋਟੈਸਟ ਕਰਨਾ ਚਾਹੁੰਦੇ ਆ। ਕਿਤੇ ਨਾ ਕਿਤੇ ਦਿਸ ਇਜ਼ ਅ ਬਿਗ ਹਿਸਟਰੀ ਮੂਮੈਂਟ, ਬਿਕਾਜ਼ ਜਦੋਂ ਤੁਸੀਂ ਹੁਣ ਇਸ ਮੂਵਮੈਂਟ ਨੂੰ ਦੇਖਣਾ ਹੈ ਕਿ ਇਹ ਪੀਪਲ ਪਾਵਰਡ ਮੂਵਮੈਂਟ ਆ, ਨਾ ਕੋਈ ਲੀਡਰ, ਨਾ ਕੋਈ ਕਿਸਾਨ ਯੂਨੀਅਨ, ਹੁਣ ਉਹਨਾਂ ਦਾ ਕੰਟਰੋਲ ਨਹੀਂ ਰਿਹਾ, ਇਹ ਪੀਪਲਸ ਮੂਵਮੈਂਟ ਆ। ਤੇ ਹੁਣ ਲੋਕਾਂ ਦੇ ਵਿੱਚ ਇਹੀ ਇਨਕਰੇਜਮੈਂਟ ਮਿਲਿਆ ਕਿ ਅਸੀਂ ਉੱਠ ਕੇ ਕੁਝ ਕਰ ਸਕਦੇ। ਕਿਉਂਕਿ ਹਰ ਵੇਲੇ ਜਦੋਂ ਤੁਸੀਂ ਇੰਡੀਆ ਦੀ ਗੱਲ ਕਰਦੇ ਆ, ਹਰ ਬੰਦਾ ਜਿਹੜਾ ਉੱਥੇ ਰਹਿੰਦਾ ਸੀ, ਜਦੋਂ ਤੁਸੀਂ ਕਹਿੰਦੇ ਸੀ ਕਿ ਤੁਸੀਂ ਕੋਈ ਸਟੈਪ ਲਾਓ, ਉੱਠੋ, ਕੋਈ ਲੜੋ ਕੋਈ ਕਾਨੂੰਨ ਦੇ ਖਿਲਾਫ or anything, ਲੋਕ ਕਹਿੰਦੇ ਸੀ ਸਿਸਟਮ ਹੈਗਾ ਇਦਾਂ ਦਾ, ਚੱਲੀ ਜਾਣਾ, ਅਸੀਂ ਨਹੀਂ ਚੇਂਜ ਕਰ ਸਕਦੇ, ਤੇ ਉਹ ਐਕਸਕਿਊਜ਼ ਇੱਕ ਬਹਾਨਾ ਹੁੰਦਾ ਸੀ ਲੋਕਾਂ ਦੇ ਮਨਾਂ 'ਚ। ਤੇ ਹੁਣ ਉਹ ਕਲੀਅਰ ਹੋ ਗਿਆ ਕਿ ਨੋ, ਤੁਸੀਂ ਇੰਪੈਕਟ ਕਰ ਸਕਦੇ ਹੋ ਤੇ ਉੱਠੋ। ਐਂਡ ਦ ਬਿਗ ਇੰਪੈਕਟ ਸੀ ਕਿ ਜਦੋਂ ਡਾਇਸਪੋਰਾ ਦਾ ਜਿਹੜਾ ਰੋਲ ਸੀ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਇੰਟੈਂਸ਼ਨ ਇੰਨੀ ਬਣਾਤੀ ਕਿ ਜਿਹੜੀ ਬਾਹਰਲੀ ਜਿਹੜਾ ਫੋਕਸ ਹੋ ਗਿਆ ਸੀ ਇੰਡੀਆ ਤੇ, ਦੈਟ ਮੈਟ ਕਿ ਹਿੰਦੁਸਤਾਨੀ ਸਰਕਾਰ ਤੁਹਾਡੇ ਤੇ ਕੋਈ ਅਟੈਕ ਕਰ ਨਹੀਂ ਸਕਦੀ ਸੀ, ਕਿਉਂਕਿ ਹੁਣ ਸਾਰੀਆਂ ਅੱਖਾਂ ਦੁਨੀਆ ਦੇ ਉੱਥੇ ਹੈ ਵੀ ਜੇ ਕਿਤੇ ਗੱਲ ਕਰਨ ਕੋਈ ਕਰਦੀ ਹੈ। ਦੂਜੀ ਗੱਲ ਇਹ ਵੀ ਕਹਿਣਾ ਚਾਹੁੰਦਾ, ਮੇਰਾ ਓਪੀਨੀਅਨ ਅਗੇਨ, ਕਿਤੇ ਨਾ ਕਿਤੇ ਲੋਕਾਂ ਨੂੰ ਜੀ ਰੈਵੋਲੂਸ਼ਨ ਹੋ ਗਿਆ। ਦੇਖੋ ਰੈਵੋਲੂਸ਼ਨ ਦੀ ਲੋੜ ਨਹੀਂ, ਦੇ ਲਿਵ ਇਨ ਅ ਡੈਮੋਕ੍ਰੈਟਿਕ ਕੰਟਰੀ, ਤੇ ਨਾ ਹੀ ਇਹਨੂੰ ਰੈਵੋਲੂਸ਼ਨ ਕਹਿਣਾ ਚਾਹੀਦਾ। ਸਿਰਫ ਦਿਸ ਇਜ਼ ਅ ਪ੍ਰੋਟੈਸਟ ਅਗੇਂਸਟ ਸਮ ਆਫ ਦ ਥਿੰਗਸ ਦੈਟ ਆਰ ਨਾਟ ਹੈਪਨਿੰਗ ਰਾਈਟ। ਕੁਡ ਯੂ ਕਾਲ ਇਟ ਅ ਰੈਵੋਲੂਸ਼ਨ? ਹਾਂ, ਕਿਸੇ ਨਾ ਕਿਸੇ ਢੰਗ ਕੋਈ ਨਾ ਕੋਈ ਅੱਖਰ ਤੁਸੀਂ ਯੂਜ਼ ਕਰ ਸਕਦੇ ਹੋ, ਪਰ ਇਹ ਉਹਨਾਂ ਨੂੰ ਆਜ਼ਾਦੀ ਨਹੀਂ ਚਾਹੀਦੀ ਇੰਡੀਆ ਤੋਂ। ਉਹਦੇ ਆਜ਼ਾਦ ਪੀਪਲ ਨੇ, ਉਹਨਾਂ ਨੂੰ ਵੋਟਾਂ ਪੈਂਦੀਆਂ ਨੇ, ਉਹ ਆਪਦਾ ਲਾਈਵਲੀਹੁੱਡ ਕਮਾ ਰਹੇ ਨੇ, ਪਰ ਉਹ ਕਿਤੇ ਨਾ ਕਿਤੇ ਕਾਰਪੋਰੇਟ ਤੇ ਗਵਰਨਮੈਂਟ ਮਿੰਗਲ ਹੋ ਕੇ ਉਹਨੂੰ ਮਿਕਸ ਅਪ ਕਰ ਰਹੀ ਹੈ, ਤੇ ਉੱਥੋਂ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ। ਨੋ, ਬਟ ਮੈਂ ਕਲਾਸ ਸਾਹਿਬ ਤੁਹਾਡੇ ਨਾਲ ਥੋੜਾ ਜਿਹਾ ਡਿਸਐਗਰੀ ਆ ਕਿ ਇਹ ਕੋਈ ਡੈਮੋਕ੍ਰੈਟਿਕ ਕੰਟਰੀ ਨਹੀਂ ਹੈ, ਕਿ ਇਹ ਜਿਹੜਾ ਲੋਕੀ ਕਹਿ ਰਹੇ ਆ ਕਿ ਵਰਲਡਸ ਲਾਸਟ ਡੈਮੋਕ੍ਰੇਸੀ ਆ, ਕਿ ਜੇ ਤੁਸੀਂ ਕਹਿ ਰਹੇ ਕਿ ਡੈਮੋਕ੍ਰੇਸੀ ਆ, ਤੁਹਾਨੂੰ ਡੈਮੋਕ੍ਰੇਸੀ ਦਾ ਪਤਾ ਨਹੀਂ, ਪਰ ਮੈਂ ਤੁਹਾਨੂੰ ਪਤਾ ਨਹੀਂ ਕਿ ਆਪਾਂ ਨੂੰ ਪੇਪਰ ਤੇ ਇਹ ਗੱਲ ਮੰਨਣੀ ਪੈਣੀ ਆ ਵੀ ਉੱਥੇ ਵੋਟਾਂ ਪੈਂਦੀਆਂ ਨੇ ਤੇ ਉੱਥੇ ਹਰ ਇੱਕ ਬੰਦਾ ਡੈਮੋਕ੍ਰੈਟਿਕਲੀ ਵੋਟ ਪਾ ਸਕਦਾ। ਲਾਟ ਆਫ ਅਦਰ ਕੰਟਰੀਜ਼ ਦੁਨੀਆ ਦੇ ਜਿੱਥੇ ਨਹੀਂ ਅਵੇਲੇਬਲ ਚੀਜ਼। ਇਕਨੋਮਿਸਟ ਮੈਗਜ਼ੀਨ ਦੀ ਆਰਟੀਕਲ ਸੀ 4-5 ਮਹੀਨੇ ਪਹਿਲਾਂ, ਉਹਦੇ ਵਿੱਚ ਇਹੀ ਲਿਖਿਆ ਗਿਆ ਸੀ ਕਿ ਅੰਡਰ ਮੋਦੀ ਸਰਕਾਰ ਦੇ ਵਿੱਚ ਕਿ ਇਹ ਦੇਸ਼ ਇਜ਼ ਗੋਇੰਗ ਫਰਮ ਡੈਮੋਕ੍ਰੇਸੀ ਟੂ ਅਥਾਰਟੇਰੀਅਨ ਰੈਜੀਮ, ਕਿ ਉਹਨਾਂ ਜਿਹੜੇ 4 ਇੰਡੀਕੇਟਰਸ ਆ ਉਹਨਾਂ ਦੇ ਡੈਮੋਕ੍ਰੇਸੀ ਦੇ, ਕਿ ਸਿਵਲ ਲਿਬਰਟੀਜ਼, ਫਰੀडम ਆਫ ਦਾ ਪ੍ਰੈਸ, ਫਰੀडम ਆਫ ਐਕਸਪ੍ਰੈਸ਼ਨ, ਐਕੈਡੈਮਿਕ ਫਰੀडम्स, ਉਹ ਚੀਜ਼ਾਂ ਸਾਰੀਆਂ ਡੈਗਰੇਡੇਸ਼ਨ ਹੁੰਦੀਆਂ ਆਉਂਦੀਆਂ ਨੇ। ਤੇ ਇੰਨਾ ਮਾੜਾ ਹਾਲਾਤ ਹੋ ਗਿਆ ਕਿ ਜਦੋਂ ਬ੍ਰਿਟਿਸ਼ ਰਾਜ ਸੀ ਉਹ ਜ਼ਿਆਦਾ ਫਰੀडम ਸੀ ਲੋਕਾਂ ਕੋਲ, ਕਿ ਇੰਨਾ ਮਾੜਾ ਹਾਲਾਤ ਹੋ ਗਿਆ ਉਸ ਡੈਮੋਕ੍ਰੇਸੀ ਦਾ, ਜਿਹੜੇ ਤੁਸੀਂ ਕਹਿੰਦੇ ਡੈਮੋਕ੍ਰੇਸੀ ਹੈ। ਤੇ ਜਿਹੜਾ ਤੁਸੀਂ ਅੱਜ ਫਰਸਟ੍ਰੇਸ਼ਨ ਦੇਖਦੇ, ਇਟਸ ਨਾਟ ਜਸਟ ਕਿਸਾਨ ਇਸ਼ੂ, ਇਸ ਇਜ਼ ਅ ਫਰਸਟ੍ਰੇਸ਼ਨ ਆਫ ਸੋ ਮਚ ਮੋਰ ਐਂਗਜ਼ਾਇਟੀ, ਇਟਸ ਰਿਪਰੈਸ਼ਨ। ਜੇ ਇਹ ਬਸ ਕਿਸਾਨ ਇਸ਼ੂ ਹੁੰਦਾ, ਇੰਨਾ ਵੱਡਾ ਸੰਘਰਸ਼ ਨਹੀਂ ਬਣਨਾ ਕਿ ਇਹ ਕਈ ਸਾਲਾਂ ਤੋਂ ਇਹ ਫਰਸਟ੍ਰੇਸ਼ਨ ਬਣ ਰਿਹਾ ਸੀ। we've seen ਕਿ ਜਦੋਂ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਹੋਈ ਸੀ, ਕਿੰਨਾ ਉਦੋਂ ਲੋਕੀ ਉੱਠੇ ਸੀ, ਸਪੈਸ਼ਲੀ ਪੰਜਾਬ ਚੋਂ ਰਾਈਟ, ਪੰਜਾਬ ਚੋਂ ਕਿੰਨੇ ਲੋਕ ਜਾ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਕੇ ਦਿੱਲੀ 'ਚ ਉਹਨਾਂ ਨੂੰ ਜਿਤਾਇਆ ਸੀ। ਮੈਜੋਰਿਟੀ ਵਰਕਰਸ ਔਨ ਦਾ ਗਰਾਊਂਡ ਪੰਜਾਬੀਜ਼। ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਆਉਂਦੇ ਸੀ ਕਿ ਮੂਵਮੈਂਟ ਚੱਲਦੀਆਂ ਸੀ, ਐਂਡ ਦਿਸ ਇਜ਼ ਜਸਟ ਅਨਦਰ ਐਗਜ਼ਾਮਪਲ ਆਫ ਦੈਟ ਫਰਸਟ੍ਰੇਸ਼ਨ। ਪਰ ਇਹਦੇ 'ਚ ਕਿਉਂਕਿ ਇਹ ਐਗਜ਼ਾਮਪਲ ਆਪਣੇ ਕੋਲ ਤਾਂ ਬਣ ਗਈ ਕਿਉਂਕਿ ਹਿਸਟਰੀ 'ਚ ਐਗਜ਼ਾਮਪਲਸ ਹੈਗੀਆਂ ਸੀ। ਜੇ ਹਿਸਟਰੀ 'ਚ ਐਗਜ਼ਾਮਪਲਸ ਨਾ ਹੁੰਦੀਆਂ ਤੇ ਹੋ ਸਕਦਾ ਸੀ ਇਹ ਮੂਵਮੈਂਟ ਇੱਥੇ ਤੱਕ ਨਾ ਪਹੁੰਚਦੀ। ਪਰ ਜਿਹੜੀ ਬਿਊਟੀ ਆਫ ਮੂਵਮੈਂਟ ਆ, ਜਦੋਂ ਇਹ ਸ਼ੁਰੂ ਹੋਈ ਆ, ਇਹਦੀ ਐਕਸਪੈਕਟੇਸ਼ਨ ਇੰਨੀ ਐਕਸਪੈਕਟੇਸ਼ਨ ਨਹੀਂ ਸੀ। ਇਹ ਆਪਾਂ ਸਾਰੇ ਅੰਡਰਸਟੈਂਡ ਐਗਰੀ ਕਰਦੇ ਹਾਂ। ਜਿਹੜੀ ਆਪਣਾ ਹਰਮਨ ਨੇ ਗੱਲ ਕੀਤੀ ਬਿਲਕੁਲ ਠੀਕ ਆ ਕਿ ਜਿਹੜੀ ਗ੍ਰਾਸ ਰੂਟ ਲੈਵਲ ਦੇ ਉੱਤੇ ਆਲਰੇਡੀ ਫਰਸਟ੍ਰੇਸ਼ਨ ਬਹੁਤ ਸੀ, ਲੋਕਾਂ ਨੂੰ ਐਗਜ਼ਿਟ ਨਹੀਂ ਸੀ ਮਿਲ ਰਿਹਾ, ਆ ਮੂਵਮੈਂਟ ਨੇ ਐਗਜ਼ਿਟ ਦਿੱਤਾ। ਤੇ ਮੈਂ ਗੱਲ ਕਰਦਾ ਕਿ ਜਦੋਂ ਤੁਸੀਂ ਇਦਾਂ ਦੀ ਕੋਈ ਬਿੱਲ ਪਾਸ ਕਰਨਾ ਹੁੰਦਾ ਆ, ਰਾਈਟ, ਠੀਕ ਹੈ, ਦ ਪ੍ਰੋਬਲਮ ਇਜ਼ ਕਿ ਉਹ ਜਿਹੜਾ ਉਹ ਦੇਸ਼ ਆ ਉਹਦੇ ਵਿੱਚ ਕੋਈ ਬੇਸਿਕ ਸਿਕਿਉਰਿਟੀ ਵੈਲਫੇਅਰ ਸਟੇਟ ਨਹੀਂ ਹੈਗਾ। ਹੁਣ ਕੈਨੇਡਾ ਦੇ ਵਿੱਚ ਜੇ ਤੁਹਾਡਾ ਜੌਬ ਜਾਂਦੀ, ਤੁਹਾਡੇ ਕੋਲ ਅਨਪਲੋਇਮੈਂਟ ਇੰਸ਼ੋਰੈਂਸ ਮਿਲਦੀ ਹੈ, ਤੁਹਾਡੇ ਕੋਲ ਫ੍ਰੀ ਹੈਲਥ ਕੇਅਰ ਹੈ ਪੂਰਾ, ਰਾਈਟ, ਯੂ ਹੈਵ ਬੇਸਿਕ ਨੈਸੈਸਿਟੀਜ਼ ਤੁਹਾਨੂੰ ਮਿਲਦੇ, ਬੱਚਿਆਂ ਦੇ ਪੜ੍ਹਾਈ ਦਾ ਖਰਚਾ ਫ੍ਰੀ ਹੈ ਟੋਟਲੀ। ਕੋਈ ਹੋਰ ਵੱਖਰਾ ਸਿਸਟਮ ਨਹੀਂ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰਾਈਵੇਟ ਸਿਸਟਮ ਜਾਣਾ। ਪਬਲਿਕ ਸਕੂਲ ਸਿਸਟਮ ਸਾਡਾ ਇੰਨਾ ਵਧੀਆ ਹੈ। ਸੋ ਉਹਦੇ ਕਰਕੇ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਜਦੋਂ ਤੁਸੀਂ ਇਦਾਂ ਦੀ ਕੋਈ ਚੇਂਜ ਲਿਆਉਣੀ ਕੋਈ ਇੰਡਸਟਰੀ ਦੇ ਵਿੱਚ, ਕਿ ਘੱਟੋ ਘੱਟ ਜਿਹੜੇ ਲੋਕਾਂ ਦਾ ਕੋਈ ਪ੍ਰੋਟੈਕਸ਼ਨ ਜਾਂ ਸੋਸ਼ਲ ਸਿਸਟਮ ਹੋਣਾ ਚਾਹੀਦਾ ਆ, ਕਿ ਇੰਡੀਆ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ। ਜੇ ਤੁਸੀਂ ਚੇਂਜ ਲਾਉਣੀ ਹੈ, ਠੀਕ ਹੈ, ਬ੍ਰਿੰਗ ਅਨਐਮਪਲੋਇਮੈਂਟ ਇੰਸ਼ੋਰੈਂਸ, ਬ੍ਰਿੰਗ ਬੇਸਿਕ ਹੈਲਥ ਕੇਅਰ, ਉਹ ਚੀਜ਼ਾਂ ਫਿਰ ਤੁਸੀਂ ਇੰਡਸਟਰੀ 'ਚ ਕੋਈ ਚੇਂਜ ਲਿਆ ਸਕਦੇ, ਕਿਉਂਕਿ ਐਗਰੀਕਲਚਰ ਦੇ ਵਿੱਚ ਚੇਂਜ ਆਉਣੀ ਆ, ਕਿਉਂਕਿ ਇੰਨੇ ਰਿਫਾਰਮਸ ਨੀਡਡ, ਬਟ देयर इज नो ਪ੍ਰੋਟੈਕਸ਼ਨਸ। ਤੁਸੀਂ ਇਦਾਂ ਕੈਪੀਟਲਿਜ਼ਮ ਕਿੱਦਾਂ ਲਿਆ ਸਕਦੇ ਹੋ? ਇਹ ਤਾਂ ਉਹੀ ਕੰਮ ਹੋਇਆ ਜਿੱਤੇ ਉਹਨਾਂ ਨੇ ਦੂਜੀਆਂ ਕੰਟਰੀਆਂ ਤੋਂ ਦੇ ਕੇ ਟੈਕਸ
ਟੈਕਸਸ ਲਾਤੇ, GST ਲਾਤੀ, ਪਰ GST ਭਰਨੀ ਕਿੱਥੋਂ ਆ? ਇਕਨੋਮਿਕ ਗਰੋਥ ਤਾਂ ਹੋਈ ਨਹੀਂ, ਪੈਸੇ ਵੱਧ ਨਹੀਂ ਬਣ ਰਹੇ, ਕੋਈ no big growth since the government has taken BJP last 4 or 5 years, growth ਹੋਈ ਨਹੀਂ, GST ਲਾਗੂ ਕਰਤੀ। ਜੇ ਤੁਸੀਂ ਗਰੋਥ ਕਰਨੀ ਹੈ ਰੂਰਲ ਏਰੀਆਸ ਦੀ, ਫਾਰਮਰਸ ਦੀ, ਤੇ ਫਿਰ ਉੱਥੇ ਜਾਓ ਨਾ, ਉਹਨਾਂ ਨੂੰ ਪ੍ਰਮੋਟ ਉਹਨਾਂ ਨੂੰ ਸਪੋਰਟ ਕਰੋ। ਅਜੇ ਮੈਂ ਇੱਕ ਆਰਟੀਕਲ ਰੀਡ ਕਰ ਰਿਹਾ ਸੀ ਵੀ ਚਾਈਨਾ ਦੇ ਵਿੱਚ ਜੇ ਉੱਥੇ ਇਸ ਵੇਲੇ ਰੂਰਲ ਪਾਵਰਟੀ 2.5% ਤੇ ਹੈ, ਇੰਡੀਆ 'ਚ ਇਟ ਇਜ਼ ਅਪ ਟੂ 40%। ਤੇ ਰੀਜ਼ਨ ਕੀ ਹੈ? ਰੀਜ਼ਨ ਇਹ ਆ ਵੀ ਜਿਹੜਾ ਚਾਈਨਾ ਨੇ ਆਪਣਾ ਮਾਡਲ ਕੀਤਾ, ਉਹਨਾਂ ਨੇ ਜਿਹੜੀ ਨਾਨ ਫਾਰਮਿੰਗ ਰੂਰਲ ਕਮਿਊਨਿਟੀ ਸੀ ਉੱਥੇ ਜਾ ਕੇ ਉਹਨੂੰ ਸਪੋਰਟ, ਇਕਨੋਮਿਕ ਗਰੋਥ ਕੀਤੀ, ਉਹਦੀ ਇਕਨੋਮਿਕ ਗਰੋਥ ਕੀਤੀ। ਉਹਦੀ ਇਕਨੋਮਿਕ ਗਰੋਥ ਹੋਣ ਨਾਲ ਜਿਹੜੀ ਰੂਰਲ ਪਾਵਰਟੀ ਸੀ ਉੱਥੇ ਇਫੈਕਟ ਖਤਮ ਹੋ ਗਈ ਨੈਚੁਰਲ। ਇੱਥੇ ਵੀ ਤੁਸੀਂ ਲਿਆਉਣਾ ਰੂਰਲ ਯੂਥ ਨੂੰ ਅੱਗੇ ਕਰੋ, ਉਹ ਆਪਣਾ ਕੰਮ ਕਰਨ, ਤੇ ਫਿਰ GST ਲਾ ਲਓ ਉਹਦੇ ਤੇ। ਫਿਰ ਜੇ ਤੁਹਾਨੂੰ ਉੱਥੋਂ ਇਨਕਮ ਆ ਰਹੀ ਆ, ਲੋਕਾਂ ਕੋਲ EMPLOYMENT ਆ, ਤੁਸੀਂ ਉਹਨਾਂ ਨੂੰ ਟੈਕਸ ਲਾਉਣਾ ਚਾਹੁੰਦੇ ਹੋ, ਉਹਨਾਂ ਨੂੰ ਹੈਲਥ ਸਰਵਿਸ ਪ੍ਰੋਵਾਈਡ ਕਰਨਾ ਚਾਹੁੰਦੇ ਹੋ ਟੈਕਸ ਲਾ ਕੇ, ਜਾਂ ਰੋਡ ਪ੍ਰੋਵਾਈਡ ਕਰਨਾ ਚਾਹੁੰਦੇ ਹੋ, ਜਾਂ ਐਜੂਕੇਸ਼ਨ ਪ੍ਰੋਵਾਈਡ ਕਰਨਾ ਚਾਹੁੰਦੇ ਹੋ, ਬਿਲਕੁਲ ਲਾਓ। ਉਹ ਜੇ ਤੁਹਾਨੂੰ ਉੱਥੋਂ ਇਨਕਮ ਆ ਰਹੀ ਹੈ, ਉਹਨੂੰ ਟੈਕਸ ਲਾਓ ਤੇ ਉਹਨੂੰ ਚੰਗੇ ਤਰੀਕੇ ਨਾਲ ਵਰਤੋ। ਇੱਥੇ ਇਨਕਮ ਗਰੋਥ ਕੋਈ ਇਕਨੋਮਿਕ ਗਰੋਥ ਹੋਈ ਨਹੀਂ, GST ਲਾਤੀ। ਆਪਣੇ ਆਲ ਓਵਰ ਦਾ ਵਰਲਡ ਹੀ ਐਗਰੀਕਲਚਰ ਸਭ ਤੋਂ ਸਬਸਿਡਾਈਜ਼ਡ। We talked about this last time। ਉਹਦੇ ਚ ਇੱਥੇ ਕੁਝ ਵੀ ਨਹੀਂ ਹੈ। ਹਾਂ, we talked about this last time। 100% ਇਹੀ ਤਾਂ ਗੱਲ ਹੈ ਕਿ ਕਈ ਲੋਕੀ ਜਦੋਂ ਕਹਿੰਦੇ ਆ ਕਿ ਤੁਸੀਂ ਪ੍ਰਾਈਵੇਟ ਮਾਰਕੀਟ ਨੂੰ ਲਿਆਓ, ਵੈਸਟਰਨ ਵਰਲਡ ਨੂੰ ਦੇਖ ਲਓ, ਕੋਈ ਵੈਸਟਰਨ ਵਰਲਡ ਨੂੰ ਦੇਖ ਲਓ, ਜਿਹੜੇ ਦੇਸ਼ਾਂ ਨੂੰ ਤੁਸੀਂ ਮੰਨਦੇ ਆ ਕਿ ਸਭ ਤੋਂ ਵੱਡੇ ਕੈਪੀਟਲਿਸਟ ਦੇਸ਼ ਹੈ, ਕਿ ਉਹ ਐਗਰੀਕਲਚਰ ਨੂੰ ਪ੍ਰੋਟੈਕਟ ਕਰ ਰਿਹਾ, ਤੁਸੀਂ ਕੀ ਕਰ ਰਹੇ ਆ? ਤੁਸੀਂ ਪੁੱਠੇ ਪਾਸੇ ਜਾ ਰਹੇ, ਤੁਸੀਂ ਪੁੱਠੇ ਪਾਸੇ ਨੂੰ ਜਾ ਰਹੇ ਆ। ਕਿ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਅੰਡਰਸਟੈਂਡ ਨਹੀਂ ਕੀਤਾ ਕਿ ਉਹ ਦੇਸ਼, ਉਹ ਇਕਨੋਮੀਜ਼ ਕਿੱਦਾਂ ਚੱਲ ਰਹੇ ਆ। ਉਹ ਤਾਂ ਤੁਹਾਨੂੰ ਝਾਂਸਾ ਦੇ ਕੇ ਵੀ ਅਸੀਂ ਵੈਸਟਰਨ ਵਰਲਡ ਕਰ ਰਹੇ ਆ, ਅਸੀਂ ਵੈਸਟਰਨ ਤੁਹਾਨੂੰ ਇੱਥੇ ਬਹੁਤ ਚੀਜ਼ਾਂ ਪ੍ਰੋਵਾਈਡ ਕਰਨੀਆਂ ਨੇ, ਉਹਨਾਂ ਦਾ ਝਾਂਸਾ ਦੇ ਕੇ ਰੂਰਲ ਕਮਿਊਨਿਟੀਜ਼ ਨੂੰ, ਉਹਨਾਂ ਕੋਲ ਐਜੂਕੇਸ਼ਨ ਨਹੀਂ, ਉਹਨਾਂ ਨੂੰ ਨਹੀਂ ਪਤਾ ਵੀ ਕੈਨੇਡਾ, US, ਜਾਪਾਨ ਜਾਂ ਹਾਲੈਂਡ ਦੇ ਵਿੱਚ, ਨੈਦਰਲੈਂਡਸ ਦੇ ਵਿੱਚ ਫਾਰਮਿੰਗ ਕਿੰਨੀ ਸਬਸਿਡਾਈਜ਼ਡ ਆ, ਐਂਡ ਫਾਰਮਿੰਗ ਇਜ਼ ਸਕਸੈਸਫੁਲ ਐਂਡ ਦੇ ਮੇਕ ਗੁੱਡ ਮਨੀ ਫਰਮ ਇਕਨੋਮਿਕ ਗਰੋਥ। ਪਰ ਉੱਥੇ ਤਾਂ ਦੱਸਦਾ ਜੀ ਅਸੀਂ ਤੁਹਾਨੂੰ ਕੈਨੇਡਾ, ਅਮਰੀਕਾ ਵਰਗਾ ਬਣਾ ਦਿਆਂਗੇ, ਆਸਟ੍ਰੇਲੀਆ ਵਰਗਾ ਬਣਾ ਦਿਆਂਗੇ, ਪਰ ਆਰਡੀਨੈਂਸਸ ਪਾਸ ਕਰਤੇ ਜਿਹੜੇ ਕਿ ਕਾਰਪੋਰੇਟ ਨੂੰ ਬੈਨੀਫਿਟ ਕਰਦੇ, ਟੋਟਲੀ ਕਾਰਪੋਰੇਟ ਬੈਨੀਫਿਟ। ਹਾਂ, ਇਹਦੇ ਚ ਕਿਸਾਨਾਂ ਦਾ ਕੋਈ ਮੈਨੂੰ ਕਿਤੇ ਵੀ ਹੈ ਨਹੀਂ। ਤੇ ਤੁਸੀਂ ਸਵਾਮੀਨਾਥਨ ਜੀ ਦੱਸੋ ਕਾਰਪੋਰੇਟ ਫਾਰਮਿੰਗ ਬਾਰੇ। ਸੋ ਕੰਟਰੈਕਟ ਫਾਰਮਿੰਗ ਦੀ ਗੱਲ ਆਉਂਦੀ ਆ ਕਿ ਕੰਟਰੈਕਟ ਫਾਰਮਿੰਗ ਉਹ ਵਧੀਆ ਚੀਜ਼ ਹੋਊਗੀ ਕਿ 20 ਸਾਲ 5 ਸਾਲ ਦਾ ਕੰਟਰੈਕਟ ਹੋਊਗਾ, ਫਾਰਮਰ ਨੂੰ, ਕਿਸਾਨ ਨੂੰ ਗਰੰਟੀਡ ਰੈਵਨਿਊ ਮਿਲੂਗਾ। ਪਰ ਗੱਲ ਇਹ ਹੈ ਕਿ ਜਦੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਆਉਂਦੀ ਸੀ, ਉਹਨਾਂ ਨੇ ਸਾਫ਼ ਕਿਹਾ ਸੀ ਕਿ ਕੰਪਰੀਹੈਂਸਿਵ ਐਕੁਇਟੇਬਲ ਫਾਰਮਰ ਸੈਂਟਰਿਕ ਮਾਡਲ ਬਣਨਾ ਚਾਹੀਦਾ, ਕਿ ਉਹਦੇ ਵਿੱਚ ਜੇ ਤੁਸੀਂ ਕੰਟਰੈਕਟ ਫਾਰਮਿੰਗ ਲਿਆਉਣਾ, ਕਿ ਉਹਦੇ ਵਿੱਚ ਤੁਹਾਨੂੰ ਸਪੈਸ਼ਲ ਕੇਅਰ, ਤੁਹਾਨੂੰ ਅਟੈਂਸ਼ਨ ਕਰਨਾ ਕਿ ਕੁਆਲਿਟੀ ਸਟੈਂਡਰਡਸ ਦਾ ਪ੍ਰੋਟੈਕਸ਼ਨ, withdrawal conditions ਦਾ ਪ੍ਰੋਟੈਕਸ਼ਨ, ਪ੍ਰਾਈਸਿੰਗ ਸਟੈਂਡਰਡਸ ਦਾ ਪ੍ਰੋਟੈਕਸ਼ਨ, ਪੇਇੰਗ ਅਰੇਂਜਮੈਂਟ ਦਾ ਪ੍ਰੋਟੈਕਸ਼ਨ, ਜਿਹੜੀ ਨੈਚੁਰਲ ਕਲੈਮਿਟੀਜ਼ ਦਾ ਪ੍ਰੋਟੈਕਸ਼ਨ, ਤੇ ਆਰਬਿਟ੍ਰੇਸ਼ਨ ਮੈਕੈਨਿਜ਼ਮ। ਇਸ 3 ਕਾਨੂੰਨਾਂ ਦੇ ਵਿੱਚ ਬਸ ਆਰਬਿਟ੍ਰੇਸ਼ਨ ਮੈਕੈਨਿਜ਼ਮ ਦਾ ਦੱਸਿਆ ਆ, ਪਰ ਬਾਕੀ ਚੀਜ਼ਾਂ ਦਾ ਕੋਈ ਪ੍ਰੋਟੈਕਸ਼ਨ ਨਹੀਂ ਕੀਤਾ। ਆਰਬਿਟ੍ਰੇਸ਼ਨ ਵੀ ਬਹੁਤ ਲੋ ਲੈਵਲ ਤੇ ਹੈ, ਰਾਈਟ। ਸੋ ਕੋਈ ਇੰਸਟੀਟਿਊਸ਼ਨਲ ਸਪੋਰਟ ਮੈਕੈਨਿਜ਼ਮ ਨਹੀਂ ਦਿੱਤਾ ਜਾਂਦਾ ਫਾਰਮਰਸ ਨੂੰ ਕੰਟਰੈਕਟ ਫਾਰਮਿੰਗ ਦੇ ਵਿੱਚ, ਕਿ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ ਇੰਨੇ ਸਾਲਾਂ ਤੋਂ ਰਿਵਿਊ ਕਰਕੇ, ਪ੍ਰਪੇਅਰ ਕਰਕੇ ਰეკਮੈਂਡੇਸ਼ਨਸ ਦਿੱਤੀਆਂ ਕਿ ਤੁਸੀਂ ਉਹ ਪ੍ਰੋਟੈਕਸ਼ਨ ਉਹ ਕੱਢ ਦਿੱਤੀਆਂ, ਕਿ ਜਿਹੜੇ ਫਾਰਮਰਸ ਨੂੰ ਪ੍ਰੋਟੈਕਸ਼ਨ ਸੀਗਾ ਉਹ ਕੱਢਤਾ। ਕੰਟਰੈਕਟ ਮੈਂ ਉਹੀ ਗੱਲ ਕਰ ਰਿਹਾ, ਜਿਹੜਾ ਫਾਇਦਾ ਰੱਖਿਆ ਵੈਸਟਰਨ ਵਰਲਡ ਬਾਰੇ ਦੱਸਦਾ। ਜੇ ਆਪਾਂ ਕੰਟਰੈਕਟ ਦੀ ਗੱਲ ਕਰੀਏ, ਲੀਵ ਫਾਰਮਿੰਗ ਸਾਈਡ, ਆਪਾਂ ਇੱਥੇ ਕੰਟਰੈਕਟ ਲਾਅ ਪੜ੍ਹਦੇ ਹਾਂ। ਬਿਲਕੁਲ। ਡਿਸਪਾਈਟ ਵੀ 2 ਲਾਇਰਸ ਨੇ ਬਹੁਤ ਟਾਈਮ ਲਾ ਕੇ ਕੰਟਰੈਕਟ ਜਿਹੜਾ ਆ ਉਹ ਬਣਾਇਆ ਕੀਤਾ, ਸਟੇਟ ਤੋਂ ਲਿਟੀਗੇਸ਼ਨ ਜਾਂਦਾ। ਉੱਥੇ ਇੱਕ ਫਾਰਮਰ ਦੀ ਐਜੂਕੇਸ਼ਨ ਲੈਵਲ ਕੰਪੈਰੀਟਿਵਲੀ ਬਹੁਤ ਘੱਟ ਆ, ਤੇ ਹੋ ਸਕਦਾ ਉਹਦੇ ਗਾਂ ਪਰਿਵਾਰ ਚੋਂ ਹੀ ਨਾ ਪੜ੍ਹੇ ਹੋਣ ਲੋਕ, ਤੇ ਇੱਕ ਪਾਸੇ ਕਾਰਪੋਰੇਸ਼ਨ ਦੇ ਜਿਹਨੇ ਆਲਰੇਡੀ ਲੋਅਰ ਹਾਇਰ ਕੀਤੇ ਨੇ, ਕੀ ਇਕੁਐਲਿਟੀ ਹੈ? ਹੋ ਨਹੀਂ ਸਕਦੀ। ਉਹ ਇਹੀ ਗੱਲ ਆ ਵੀ ਉਹਨਾਂ ਨੇ ਉਹ ਕੰਟਰੈਕਟ ਫਾਰਮਿੰਗ ਵਾਲਾ ਇੱਕ ਲਾਈਨ ਚੱਕ ਲਈ, ਉਹ ਆਰਡੀਨੈਂਸ ਦੇ ਵਿੱਚ ਪਾਤੀ, ਤੁਹਾਨੂੰ ਵਰਲਡ ਦਾ ਝਾਂਸਾ ਦਿਖਾਤਾ ਵੀ ਦੇਖੋ ਤੁਹਾਨੂੰ ਕੈਨੇਡਾ, ਕੈਲੀਫੋਰਨੀਆ ਬਣਾ ਦੇਾਂਗੇ, ਪਰ ਜਿਹੜੀ ਪ੍ਰੋਟੈਕਸ਼ਨ ਉੱਥੇ ਫਾਰਮਰਸ ਨੂੰ ਮਿਲੀ ਉਹ ਦਿੱਤੀ ਨਹੀਂ। ਇੱਕ ਹੁਣ ਗਲੋਬਲ ਨਿਊਜ਼ ਇੱਥੇ ਕੈਨੇਡਾ ਦੇ ਵਿੱਚ ਮੀਡੀਆ ਆਰਟੀਕਲ ਆਇਆ ਸੀ ਕਿ ਇਹ ਕਾਨੂੰਨ ਕੈਨੇਡੀਅਨ ਫਾਰਮਰਸ ਨੂੰ ਫਾਇਦਾ ਆਉਣਾ ਹੈ। ਸੋ ਦਿਸ ਇਜ਼ ਕੇਸ and that's a well researched report। ਸੋ ਯੂਨੀਵਰਸਿਟੀ ਪ੍ਰੋਫੈਸਰਾਂ ਨੂੰ ਲਿਆ ਕੇ ਜਿਹੜੇ ਹੁਣ ਕਰਕੇ ਕੈਨੇਡਾ ਦੇ ਵਿੱਚ ਉਹ ਕੀ ਭੇਜਦੇ ਇੰਡੀਆ ਨੂੰ, ਪਲਸਸ, ਲੈਂਟਲਸ, ਛੋਲੇ ਵਗੈਰਾ, ਰਾਈਟ। So second largest exporter to India of pulses Canada ਆ, ਤੇ ਉਸ ਫਾਰਮਰਸ ਤੇ ਉਹ ਇਕਨੋਮਿਸਟ ਦੇ ਇਹੀ ਬਿਆਨ ਸੀ ਕਿ ਸਾਨੂੰ ਜ਼ਿਆਦਾ ਫਾਇਦਾ ਬਣਨਾ ਕੈਨੇਡੀਅਨ ਫਾਰਮਰਸ ਨੂੰ, ਕਰਕੇ ਉੱਥੇ ਪ੍ਰਾਈਵੇਟ ਮਾਰਕੀਟ ਚੱਲ ਪਣਾ, ਸਾਡੇ ਪ੍ਰੋਡਕਟਸ ਜ਼ਿਆਦਾ ਕੀਮਤ ਦੇ ਵਿਕਣੇ, ਕਿ ਠੀਕ ਹੈ ਮੋਦੀ ਸਾਹਿਬ ਨੇ ਫਾਰਮਰਸ ਦਾ ਫਾਇਦਾ ਕੀਤਾ, ਕੈਨੇਡੀਅਨ ਫਾਰਮਰਸ ਦਾ ਫਾਇਦਾ ਕੀਤਾ। That's exactly it। ਉਹਨਾਂ ਨੇ ਬਾਹਰਲੀਆਂ ਕੰਟਰੀਆਂ ਦੇ ਫਾਰਮਰਸ ਦਾ ਫਾਇਦਾ ਕੀਤਾ। ਅਗੇਨ ਅਸੀਂ ਕਿਸੇ ਨੂੰ ਮਾੜਾ ਨਹੀਂ ਠਹਿਰਾ ਰਹੇ, ਅਸੀਂ ਕਿਸੇ ਨੂੰ ਗਲਤ ਨਹੀਂ ਰਹੇ, ਸਾਡੇ ਕੋਲੇ ਜੋ ਇਨਫੋਰਮੇਸ਼ਨ
ਇਨਫੋਰਮੇਸ਼ਨ ਹੈ ਉਹਨੂੰ ਡਾਇਸੈਕਟ ਕਰਕੇ ਸਹੀ ਇਨਫੋਰਮੇਸ਼ਨ ਲੈ ਕੇ ਐਕਸਪਰਟਸ ਦੀ ਜੋ ਇਹ ਚੀਜ਼ਾਂ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਇਹ ਚੀਜ਼ਾਂ ਰਿਸਰਚ ਕੀਤੀਆਂ, ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਡਿਸਕਸ਼ਨ ਕਰ ਰਹੇ ਹਾਂ। ਤੁਸੀਂ ਸਾਡੇ ਸ਼ੋਅ ਤੇ ਪਲੇਟਫਾਰਮਸ ਤੇ ਹਨੀ ਵਾਲੇ ਸ਼ੋਅ ਤੇ ਆਉਣਾ ਚਾਹੁੰਦੇ ਹੋ, ਸੈਟਰਡੇ ਐਵਰੀ ਸੈਟਰਡੇ ਤੁਹਾਨੂੰ ਉੱਥੇ ਤੇ ਮਿਲ ਕੇ ਸਾਡੇ ਨਾਲ ਡਿਸਕਸ਼ਨ ਕਰ ਸਕਦੇ ਹੋ, ਸਾਨੂੰ ਕਮੈਂਟਸ ਭੇਜ ਸਕਦੇ ਹੋ, ਕੁਐਸਚਨਸ ਭੇਜ ਸਕਦੇ ਹੋ, ਸਾਡੇ ਨਾਲ ਇੱਥੇ ਜੁੜ ਸਕਦੇ ਹੋ ਵਰਚੁਅਲੀ, ਫੋਨ ਤੇ, ਜਿੱਦਾਂ ਵੀ ਤੁਹਾਡਾ ਠੀਕ ਲੱਗੇ। ਠੀਕ ਹੈ ਜੀ, ਆਓ ਅਗਲੇ ਫਿਰ ਮਿਲਦੇ ਹਾਂ ਸੈਟਰਡੇ ਨੂੰ। ਥੈਂਕ ਯੂ ਵੈਰੀ ਮਚ।